आपे गंडा तोल तराजी, आपे तोलन हारा। आपे गंडा तोल तराजी, आपे तोलन हारा। आपे हारा
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਪ ਤੁਸੀਂ ਸਾਰੇ ਠੀਕ ਹੋ ਜੀ। ਤੇ ਅੱਜ ਦੀ ਇਸ ਸੋਹਣੀ ਸਵੇਰ ਦੀ ਸ਼ੁਰੂਆਤ ਅਸੀਂ ਆਪਣੀ ਵਡਿਆਈ ਵਿਚਾਰ ਨਾਲ ਕਰਦੇ ਹਾਂ ਜੀ। ਤੇ ਆਈ ਰਿਕੁਐਸਟ ਸਾਨੂੰ ਅੱਜ ਜਾਪ ਤੇ ਸਲੋਕ ਪਰਵਿੰਦਰ ਅੰਕਲ ਕਰਵਾਉਣਗੇ। ਤੇ ਆਈ ਰਿਕੁਐਸਟ ਜੋ ਹੈਗੇ ਨੇ ਤਾਂ ਪਲੀਜ਼ ਸ਼ੁਰੂ ਕਰਵਾਉਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਤੁਸੀਂ ਆਪਣੀ ਇੰਨੀ ਪਿਆਰੀ ਆਵਾਜ਼ ਨਾਲ ਸਾਨੂੰ ਜਾਪ ਕਰਵਾਇਆ ਤੇ ਆਈ ਹੋਪ ਸੰਗਤ ਨੇ ਵੀ ਪੂਰਾ ਆਨੰਦ ਮਾਣਿਆ ਹੋਏਗਾ ਜੀ। ਤੇ ਹੁਣ ਆਪਾਂ ਸ਼ਲੋਕ ਪੜ੍ਹ ਲੈਂਦੇ ਹਾਂ ਜੀ। ਸਹਿਜਵੀਰ ਜੀ ਸਕਰੀਨ ਸ਼ੇਅਰ ਕਰ ਦਿਓ ਜੀ ਤੇ ਆਈ ਰਿਕੁਐਸਟ ਪਰਵਿੰਦਰ ਅੰਕਲ ਨੂੰ ਕਿ ਉਹ ਸ਼ਲੋਕ ਪੜ੍ਹ ਦੇਣ। ਕਬੀਰਾ ਰਾਮ ਨਾ ਚੇਤਿਓ, ਜਗਾ ਪਹੁੰਚਿਓ ਆਏ। ਲਾਗੀ ਮੰਦਰ ਦੁਆਰ ਤੇ, ਅਬ ਕਿਆ ਕਾਢਿਆ ਜਾਏ। ਕਬੀਰਾ ਰਾਮ ਨਾ ਚੇਤਿਓ, ਜਰਾ ਪਹੁੰਚਿਓ ਆਏ। ਲਾਗੀ ਮੰਦਰ ਦੁਆਰ ਤੇ, ਅਬ ਕਿਆ ਕਾਢਿਆ ਜਾਏ। ਕਬੀਰ ਕਾਰਨ ਸੋ ਪਇਓ, ਜੋ ਕੀਨੋ ਕਰਤਾਰ। ਤਿਸ ਬਿਨ ਦੂਸਰ ਕੋ ਨਹੀਂ, ਏਕੈ ਸਿਰਜਨਹਾਰ। ਕਬੀਰ ਕਾਰਨ ਸੋ ਪਇਓ, ਜੋ ਕੀਨੋ ਕਰਤਾਰ। ਤਿਸ ਬਿਨ ਦੂਸਰ ਕੋ ਨਹੀਂ, ਏਕੈ ਸਿਰਜਨਹਾਰ। ਜਗਾ ਬੁਢੀਪਾ ਲਾਗੀ ਅੱਗ, ਅੱਗ ਲੱਗ ਗਈ। ਮੰਦਰ ਘਰ, ਮੰਦਰ ਦੁਆਰ ਤੇ, ਘਰ ਦੇ ਬੂਹੇ ਤੋਂ। ਅਬ ਹੁਣ ਅੱਗ ਲੱਗਣ ਤੇ ਕਿਆ ਕਾਢਿਆ ਜਾਏ, ਕੀ ਬਚਾਇਆ ਜਾ ਸਕਦਾ ਹੈ। ਸਭ ਕੁਝ ਬਚਾਇਆ ਨਹੀਂ ਜਾ ਸਕਦਾ। ਕਾਰਨ
ਸਬੱਬ ਵਸੀਲਾ, ਕਾਮ ਨੂੰ ਚੇਤਨ ਦਾ ਸਬੱਬ। ਸੋ ਭਇਓ ਉਹੀ ਬੰਦਾ ਹੈ, ਏਕੇ ਇੱਕੋ ਹੀ। ਇਹ ਕਬੀਰ ਜੇ ਜਾ ਕੇ ਸੰਗ ਉਹ ਵਿਚਰਾ, ਤਾਹੂ ਕੇ ਸੰਗ ਲਾਗ। ਤਾਂ ਉਦਮ ਕਰਨਾ ਹੈ ਤਾਂ ਇਹ ਵੇਲੇ ਸਿਰ ਹੀ ਹੋ ਸਕਦਾ ਹੈ। ਸਧਾਰਨ ਤੌਰ ਤੇ ਬੁਢੇਪੇ ਤੋਂ ਪਹਿਲਾਂ ਹੀ ਇਹ ਉਦਮ ਕਰਨਾ ਚਾਹੀਦਾ ਹੈ। ਪਰ ਜੇ ਜਵਾਨੀ ਵਿੱਚ ਪਰਮਾਤਮਾ ਦਾ ਭਜਨ ਨਾ ਕੀਤਾ ਤੋਂ ਬੁਢਾਪਾ ਆ ਪੜਿਆ, ਇਸ ਉਮਰ ਤੱਕ ਮਾਇਆ ਦੇ ਮੋਹ ਵਿੱਚ ਫਸੇ ਰਹਾ, ਬੇਅੰਤ ਮੰਦੇ ਸੰਸਕਾਰ ਅੰਦਰ ਜਮਾ ਹੁੰਦੇ ਗਏ। ਇਹ ਕਿਵੇਂ ਹੁਣ ਸਿਮਰਨ ਵੱਲ ਪਲਟਨ ਦੇਣਗੇ? ਜੇ ਘਰ ਨੂੰ ਬੂਹੇ ਵੱਲੋਂ ਹੀ ਅੱਗ ਲੱਗ ਜਾਏ ਤਾਂ ਉਸ ਵੇਲੇ ਘਰ ਵਿੱਚੋਂ ਬਹੁਤਾ ਕੁਝ ਸੜਨੋਂ ਬਚਾਇਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਜੇ ਜਵਾਨੀ ਵਕਾਰਾਂ ਵਿੱਚ ਗਲ ਜਾਏ ਤਾਂ ਬੁਢੇਪੇ ਵਿੱਚ ਉਮਰ ਦੇ ਗਿਣਤੀ ਦੇ ਦਿਨ ਹੋਣ ਕਰਕੇ ਜੀਵਨ ਬਹੁਤ ਸਵਾਰਿਆ ਨਹੀਂ ਜਾ ਸਕਦਾ। ਪਰ ਇਹ ਕਬੀਰ, ਜੇ ਸਿਮਰਨ ਤੋਂ ਖੁੰਝਿਆ ਹੀ ਜਵਾਨੀ ਲੰਘ ਗਈ ਹੈ ਅਤੇ ਬੁਢੇਪਾ ਆ ਜਾਣ ਤੇ ਹੁਣ ਸੂਝ ਪਈ ਹੈ, ਤਾਂ ਵੀ ਨਿਰਾਸ਼ ਹੋਣ ਦੀ ਲੋੜ ਨਹੀਂ। ਸਿਮਰਨ ਪ੍ਰਭੂ ਦੀ ਆਪਣੀ ਬਖਸ਼ਿਸ਼ ਹੈ। ਜਦੋਂ ਦੇਵੇ ਤਦੋਂ ਹੀ ਜੀਵ ਸਿਮਰਨ ਕਰ ਸਕਦਾ ਹੈ। ਜਵਾਨੀ ਹੋਵੇ ਚਾਹੇ ਬੁਢੇਪਾ, ਸਿਮਰਨ ਕਰਨ ਦਾ ਸਬੱਬ ਉਹੀ ਬਣਦਾ ਹੈ ਜੋ ਕਰਤਾਰ ਆਪ ਬਣਾਏ। ਇਹ ਦਾਤ ਕਿਸੇ ਵੀ ਜੀਵ ਦੇ ਹੱਥ ਵਿੱਚ ਨਹੀਂ ਹੈ। ਇਹ ਸਬੱਬ ਬਣਾਉਣ ਵਾਲਾ ਉਸ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ। ਸਿਰਫ ਸ੍ਰਿਸ਼ਟੀ ਦਾ ਰਚਨਹਾਰ ਆਪ ਹੀ ਇਹ ਸਭ ਸਬੱਬ ਬਣਾਉਣ ਜੋਗਾ ਹੈ। ਤੁਸੀਂ ਇਸ ਦੇ ਮਤਲਬ ਵੀ ਦੱਸ ਦਿਓ ਜੀ। ਹਾਂਜੀ, ਇਹਨਾਂ ਸ਼ਲੋਕਾਂ ਵਿੱਚ ਭਗਤ ਕਬੀਰ ਜੀ ਜੋ ਪਰਮਾਤਮਾ ਦੇ ਨਾਲ ਇੱਕਮਿਕ ਹਨ, ਸਾਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਬਹੁਤ ਵੱਡਾ ਉਪਕਾਰ ਹੈ ਕਬੀਰ ਜੀ ਦਾ, ਜੋ ਆਪਣੀ ਬਾਣੀ ਰਾਹੀਂ, ਆਪਣੀ ਸੁਰਤ ਰਾਹੀਂ ਸਾਡੇ ਤੱਕ ਉਸ ਜਾਗ ਨੂੰ ਲਾਉਣ ਦੀ ਕੋਸ਼ਿਸ਼ ਕਰ ਰਹੇ। ਕਬੀਰਾ ਰਾਮ ਨਾ ਚੇਤਿਓ, ਚਰਾ ਪਹੁੰਚਿਓ ਆਏ। ਲਾਗੀ ਮੰਦਰ ਦਵਾਰ ਤੇ, ਅਬ ਕਿਆ ਕਾਢਿਆ ਜਾਏ। ਇਹ ਸਾਨੂੰ ਇਸ ਗੱਲ ਨੂੰ ਵਿਚਾਰਨਾ ਚਾਹੀਦਾ ਹੈ। ਸਾਡਾ ਜਨਮ ਜਦੋਂ ਹੋਇਆ, ਉਸ ਤੋਂ ਬਾਅਦ ਸਾਡੇ ਬਚਪਨ, ਜਵਾਨੀ, ਬੁਢੇਪਾ, ਸਭ ਅਵਸਥਾਵਾਂ ਜਿਹੜੀਆਂ ਹਰ ਇੱਕ ਤੇ ਆਉਂਦੀਆਂ। ਗੁਰਬਾਣੀ ਵਿੱਚ, ਸਾਰੀ ਬਾਣੀ ਵਿੱਚ ਇਸ ਚੱਕਰ ਨੂੰ ਜਨਮ ਤੋਂ ਲੈ ਕੇ ਮੌਤ ਤੱਕ ਬੜੀ ਵਿਆਖਿਆ ਨਾਲ ਜਿਹੜਾ ਹੈ ਅਲੱਗ-ਅਲੱਗ ਸ਼ਬਦਾਂ ਰਾਹੀਂ ਬਿਆਨਿਆ ਗਿਆ। ਪਹਿਲੇ ਪਿਆਰ ਲਗਾ ਥਣ, ਦੂਜਾ ਮਾਏ ਬਾਪ ਕੀ, ਤੀਜਾ ਭਈਆ ਭਾਬੀ ਬੇ, ਚੌਥਾ ਪਿਆਰ ਉਪੰਨੀ ਭੇਟ, ਪੰਜਵਾਂ ਖਾਣ ਪੀਣ ਕੀ ਤਾਤ, ਛੇਵੇਂ ਕਾਮ ਨਾ ਪੁੱਛਿਆ ਜਾਤ। ਤੋ ਹਰ ਅਵਸਥਾ ਨੂੰ ਬਾਣੀ ਬਿਆਨ ਕਰਦੀ ਹੈ। ਇਹਨਾਂ ਸ਼ਲੋਕਾਂ ਵਿੱਚ ਕਬੀਰ ਜੀ ਉਸ ਅਵਸਥਾ ਨੂੰ ਬਿਆਨ ਕਰ ਰਹੇ ਹਨ ਕਿ ਹੇ ਜੀਵ, ਤੇਰਾ ਜਿਹੜਾ ਜਨਮ ਹੈ, ਜਿਹੜੀ ਜਵਾਨੀ ਹੈ, ਉਹ ਮਾਇਆ ਦੇ ਮੋਹ ਵਿੱਚ ਲੱਗ ਕੇ ਹੀ ਜਿਹੜੀ ਹੈ ਉਹ ਅਜਾਈ ਜਿਹੜਾ ਸਮਾਂ ਵਿਅਰਥ ਹੋ ਰਿਹਾ ਹੈ। ਦੇਖ ਤੇਰੇ ਬੁਢੇਪਾ ਆਉਣ ਲੱਗਿਆ ਹੈ, ਤੂੰ ਹੁਣ ਅਜੇ ਵੀ ਜਾਗ ਤੇ ਉਸ ਪਰਮਾਤਮਾ ਦੇ ਪ੍ਰਤੀ ਸੁਚੇਤ। ਰਾਮ ਨਾ ਚੇਤਿਓ, ਜਰਾ ਪਹੁੰਚਿਓ ਆਏ। ਫਰੀਦ ਜੀ ਵੀ ਇਸ ਵਿਚਾਰ ਨੂੰ ਬੜਾ ਖੋਲ ਕੇ ਸਮਝਾਉਂਦੇ ਹਨ। ਫਰੀਦ ਜੀ ਕਹਿੰਦੇ ਹਨ, ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨ ਜਾਏ, ਕਿਤੀ ਜੋਬਨ ਪ੍ਰੀਤ ਬਿਨ, ਸੁੱਕ ਗਏ ਕੁਮਲਾਏ। ਕਹਿੰਦੇ ਜਿਵੇਂ ਆਮ ਅਸੀਂ ਜਿਹੜੇ ਜਵਾਨੀ ਤੋਂ ਬੁਢੇਪੇ ਵਿੱਚ ਪੈਰ ਰੱਖਦੇ ਹਨ, ਉਹਨਾਂ ਨੂੰ ਲੱਗਦਾ ਹੈ ਹਾਏ ਮੇਰੇ ਬੁਢੇਪਾ ਆ ਗਿਆ, ਮੇਰੇ ਵਾਲ ਚਿੱਟੇ ਹੋ ਗਏ,
ਮੇਰੇ ਝੁਰੜੀਆਂ ਪੈ ਰਹੀਆਂ ਹਨ, ਮਤਲਬ ਡਰ ਲੱਗਦਾ ਹੈ। ਪਰ ਕਬੀਰ ਫਰੀਦ ਜੀ ਸਮਝਾਉਂਦੇ ਹਨ ਕਿ ਜੇ ਜਵਾਨੀ ਵਿੱਚ ਪਰਮਾਤਮਾ ਦਾ ਨਾਮ ਜਪਿਆ ਹੈ ਤੇ ਅਸੀਂ ਬੁਢੇਪੇ ਵਿੱਚ ਜਾ ਰਹੇ ਹਾਂ ਤੇ ਉਹਦੇ ਵਿੱਚ ਸਗੋਂ ਕੋਈ ਡਰ ਵਾਲੀ ਗੱਲ ਨਹੀਂ, ਕਿਉਂਕਿ ਉਹਦੇ ਵਿੱਚ ਜੋ ਅਸੀਂ ਜੀਵਨ ਦਾ ਅਸਲ ਮਨੋਰਥ ਸੀ ਅਸੀਂ ਪੂਰਾ ਕਰ ਲਿਆ। ਜੋਬਨ ਜਾਂਦੇ ਨਾ ਡਰਾਂ। ਜੇ ਪ੍ਰੀਤ ਬਣੀ ਹੋਈ ਹੈ ਤੇ ਫਿਰ ਬੁਢੇਪਾ ਹੋਵੇ, ਜਵਾਨੀ ਹੋਵੇ, ਬਚਪਨ ਹੋਵੇ, ਉਹ ਜਿਹੜੀ ਹੈ ਕੁਰਬਾਨ ਹੈ। ਤੇ ਪਰ ਬਹੁਤੀ ਵਾਰ ਕੋਈ ਵਿਰਲੇ ਹਨ ਜਿਹੜੇ ਜਵਾਨੀ ਦੇ ਵਿੱਚ, ਜਵਾਨੀ ਉਮਰ, ਛੋਟੀ ਉਮਰੇ ਤੋਂ ਹੀ, ਜਿਸ ਤਰ੍ਹਾਂ ਮੈਂ ਦੇਖਦਾ ਹਾਂ ਬਹੁਤ ਸਾਰੇ ਬੱਚੇ ਅੱਜ ਵਡਿਆਈ ਵਿਚਾਰ ਜੁੜਦੇ ਹਨ, ਸੰਗਤ ਕਰਦੇ ਹਨ, ਜਿਹੜੇ ਸ਼ੁਰੂ ਤੋਂ ਹੀ ਬਾਣੀ ਨਾਲ ਜੁੜ ਜਾਣਗੇ, ਪਰਮਾਤਮਾ ਨਾਲ ਪ੍ਰੀਤ ਪੈ ਜਾਏਗੀ ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਜੀਵਨ ਸੁਹੇਲਾ ਉਹ ਮਾਣਨਗੇ। ਲਾਗੀ ਮੰਦਰ ਦੁਆਰ ਤੇ ਅਬ ਕਿਆ ਕਾਢਿਆ ਜਾਏ। ਜਿਵੇਂ ਉਦਾਹਰਨ ਦਿੰਦੇ ਹਨ ਵੀ ਜਿਵੇਂ ਘਰ ਨੂੰ ਅੱਗ ਲੱਗੀ ਹੋਵੇ, ਅਸੀਂ ਬਚਾਉਣ ਜਾਣਾ ਹੋਵੇ ਤੇ ਅਸੀਂ ਬਾਹਰੋਂ ਅੰਦਰ ਜਾ ਕੇ ਬਚਾ ਸਕਦੇ, ਪਰ ਜੇ ਘਰ ਦੇ ਬਾਹਰ ਹੀ ਦਰਵਾਜ਼ੇ ਤੋਂ ਹੀ ਅੱਗ ਲੱਗੀ ਹੋਏ ਤੇ ਫਿਰ ਅੰਦਰ ਜਾ ਕੇ ਕਿਵੇਂ ਅਸੀਂ ਸਮਾਨ ਨੂੰ ਬਚਾ ਸਕਦੇ ਹਾਂ। ਭਾਵ ਜੇ ਜਵਾਨੀ ਵਿੱਚ ਹੀ ਪਰਮਾਤਮਾ ਦਾ ਨਾਮ ਨਹੀਂ ਜਪਿਆ, ਮੋਹ ਦੇ ਵਿੱਚ, ਮਾਇਆ ਦੇ ਵਿੱਚ ਫਸੇ ਹੋਏ ਹਾਂ, ਤੇ ਅਸੀਂ ਜਿਹੜਾ ਆਉਣ ਵਾਲਾ ਬੁਢੇਪਾ ਵੀ ਜਿਹੜਾ ਹੈ ਉਹ ਸਵਾਰਨਾ ਬਹੁਤ ਔਖਾ ਹੋਏਗਾ। ਸੋ ਇਹ ਸਮਾਂ ਜਿਹੜਾ ਹੈ ਇਹਨੂੰ ਸੰਭਾਲਣ ਦੀ ਲੋੜ ਹੈ। ਮਹਾਰਾਜ ਫਰਮਾਉਂਦੇ ਹਨ, ਹਰ ਕਾ ਨਾਮ ਧਿਆਇਕੈ ਉਹ ਹਰਿਆ ਭਾਈ, ਕਰਮ ਲਿਖਨ ਤੈ ਪਾਈਐ ਇਹ ਰੁੱਤ ਸੁਹਾਈ। ਇਹ ਜਿਹੜੀ ਕਿੰਨੀ ਕਿਰਪਾ ਬਖਸ਼ਿਸ਼ ਨਾਲ ਇਹ ਸਾਨੂੰ ਮਨੁੱਖਾ ਜਨਮ ਦੀ ਰੁੱਤ ਮਿਲੀ ਹੈ, ਇਹ ਸੁਹਾਵੀ ਰੁੱਤ ਮਿਲੀ ਹੈ। ਇਹਦੇ ਵਿੱਚ ਹੀ ਅਸੀਂ ਪਰਮਾਤਮਾ ਦਾ ਨਾਮ ਜਿੰਨੀ ਜਲਦੀ ਹੋ ਸਕੇ, ਮਤ ਜਿਹੜਾ ਢੀਲਾ ਜਿਹੜਾ ਨਾ ਅਸੀਂ ਕਹਿੰਦੇ ਆ ਮਤ ਜਾਣੋ ਆਜ ਕੇ ਕਾਲੀ। ਅੱਜ ਕੱਲ ਕਰਦੇ ਰਹਿੰਦੇ ਅਸੀਂ, ਅੱਜ ਜਪਦੇ ਆ ਨਾਮ, ਕੱਲ ਜਪਦੇ ਆ ਨਾਮ, ਪਹਿਲੇ ਅਸੀਂ ਆਪਣੇ ਦੁਨਿਆਵੀ ਭੱਜ ਦੌੜ ਕਰ ਲਈ, ਪਰ ਮਤ ਜਾਣੋ ਆਜ ਕੇ ਕਾਲੀ। ਇਹਨੂੰ ਅੱਜ ਕੱਲ ਨਹੀਂ, ਅਜੂ ਹੀ ਇਸ ਪਰਮਾਤਮਾ ਦੇ ਨਾਮ ਨਾਲ ਜੁੜਨਾ ਚਾਹੀਦਾ ਹੈ। ਤੇ ਅੱਗੇ ਦੂਜੇ ਸ਼ਲੋਕ ਵਿੱਚ ਵੀ ਨਾਲ ਹੀ ਕਬੀਰ ਜੀ ਹੌਸਲਾ ਵੀ ਦਿੰਦੇ ਹਨ ਵੀ ਜੇ ਨਾਮ ਨਹੀਂ ਜਪਿਆ ਹੈ ਤਾਂ ਕੋਈ ਗੱਲ ਨਹੀਂ, ਹੁਣ ਵੀ ਸਮਾਂ ਹੈ, ਹਲੇ ਵੀ ਸਮਾਂ ਹੈ, ਆਪਾਂ ਸਮਾਂ ਰਹਿੰਦਿਆਂ ਜਿਹੜਾ ਹੈ ਪਰਮਾਤਮਾ ਦਾ ਨਾਮ ਜਪ ਸਕਦੇ। ਕਬੀਰ ਕਾਰਨ ਜੋ ਭਇਓ ਜੋ ਕੀਨੋ, ਸੋ ਭਇਓ ਜੋ ਕੀਨੋ ਕਰਤਾਰ, ਤਿਸ ਬਿਨ ਦੂਸਰ ਕੋ ਨਹੀਂ ਏਕੈ ਸਿਰਜਨਹਾਰ। ਸੋ ਸਾਨੂੰ ਸਮਾਂ ਰਹਿੰਦਿਆਂ ਹੀ ਪਰਮਾਤਮਾ ਦਾ ਨਾਮ ਸੰਗਤ ਵਿੱਚ ਰਹਿ ਕੇ ਜਪਣਾ ਚਾਹੀਦਾ ਹੈ। ਉਹਦੇ ਲਈ ਅਰਦਾਸ ਤੇ ਉਪਰਾਲਾ ਉਦਮ ਜਿਹੜਾ ਹੈ ਸਾਨੂੰ ਕਰਦੇ ਰਹਿਣਾ ਚਾਹੀਦਾ ਹੈ, ਸੰਗਤ ਵਿੱਚ ਰਹਿਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਐਕਸਪਲੇਨ ਕੀਤਾ ਸਾਨੂੰ ਅੰਕਲ ਨੇ, ਤੇ ਉਹਨਾਂ ਨੇ ਵਿੱਚ ਇੱਕ ਇਹ ਗੱਲ ਵੀ ਕਹੀ ਸੀ ਕਿ ਗੁਰਬਾਣੀ ਵਿੱਚ ਹਰ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਗੱਲ ਨੂੰ ਐਕਸਪਲੇਨ ਕੀਤਾ ਗਿਆ, ਉਸ ਬਾਰੇ ਲਿਖਿਆ ਗਿਆ ਹੈ। ਤੇ ਇਹ ਕਿੰਨੀ ਕਮਾਲ ਦੀ ਗੱਲ ਹੈ ਕਿ ਅਗਰ ਸਾਨੂੰ ਕਿਸੇ ਵੀ ਗੱਲ ਬਾਰੇ ਕੋਈ ਪ੍ਰੋਬਲਮ ਆਉਂਦੀ ਹੈ, ਸਾਨੂੰ ਕੋਈ ਡਾਊਟ ਹੁੰਦਾ ਤਾਂ ਅਸੀਂ ਗੁਰਬਾਣੀ ਪੜ੍ਹ ਸਕਦੇ ਹਾਂ ਤੇ ਸਾਨੂੰ ਉਸਦਾ ਆਨਸਰ ਵੀ ਮਿਲਦਾ ਹੈ ਜੀ। ਤੇ ਇਹ ਜਿਹੜਾ ਸਲੋਕ ਹੈ ਕਬੀਰ ਜੀ ਦਾ, ਕਬੀਰਾ ਰਾਮ ਨਾ ਚੇਤਿਓ ਜਰਾ ਪਹੁੰਚਿਓ ਆਏ, ਲਾਗੀ ਮੰਦਰ ਦੁਆਰ ਤੇ ਅਬ ਕਿਆ ਕਾਢਿਆ ਜਾਏ। ਇਸ ਸਲੋਕ ਵਿੱਚ ਸਾਨੂੰ ਕਬੀਰ ਜੀ ਇਹ ਦੱਸ ਰਹੇ ਨੇ ਕਿ ਅਸੀਂ ਜਦ ਪਾਠ ਕਰਦੇ ਹਾਂ ਤਾਂ ਅੱਜ ਦਾ ਦਿਨ ਦਾ ਪਾਠ ਮਿਸ ਹੋ ਗਿਆ ਤਾਂ ਅਸੀਂ ਕਹਿ ਦਿੰਦੇ ਹਾਂ ਉਹ ਕੱਲ ਕਰ ਲਾਂਗੇ, ਫਿਰ ਕੱਲ ਦਾ ਵੀ ਹੋ ਜਾਂਦਾ, ਫਿਰ ਐਵੇਂ ਅਸੀਂ ਕੱਲ ਤੇ ਕਰਦੇ ਰਹਿੰਦੇ ਹਾਂ ਤੇ ਉਹ ਕੱਲ ਕਦੀ ਆਉਂਦੀ ਨਹੀਂ ਹੈ। ਤਾਂ ਉਹੀ ਸਾਨੂੰ ਕਬੀਰ ਜੀ ਇਸ ਬਾਰੇ ਅਲਰਟ ਕਰ ਰਹੇ ਨੇ ਕਿ ਤੁਸੀਂ ਕੱਲ ਕਰਦੇ ਰਹਿੰਦੇ ਹੋ, ਕੱਲ ਕਰਦੇ ਕਰਦੇ ਤੁਹਾਡੇ ਬਚਪਨ ਚਲੇ ਗਿਆ, ਤੁਹਾਡੀ ਜਵਾਨੀ ਚਲੀ ਗਈ ਤੇ ਬੁਢੇਪਾ ਆ ਗਿਆ, ਤੇ ਉਸ ਸਟੇਜ ਵਿੱਚ ਬੰਦੇ ਕੋਲ ਇੰਨੀ ਸਟਰੈਂਥ ਨਹੀਂ ਹੁੰਦੀ, ਇੰਨੀ ਫਿਜ਼ੀਕਲ ਤੇ ਮੈਂਟਲ ਸਟਰੈਂਥ ਨਹੀਂ ਹੁੰਦੀ। ਤਾਂ ਸਾਨੂੰ ਕਬੀਰ ਜੀ ਕਹਿ ਰਹੇ ਨੇ ਕਿ ਅਸੀਂ ਹੁਣੇ ਤੋਂ ਹੀ, ਇਸ ਮੂਮੈਂਟ ਤੋਂ ਹੀ ਅਸੀਂ ਪਾਠ ਕਰੀਏ ਤੇ ਆਪਣਾ ਇਹ ਜਿਹੜਾ ਜਨਮ ਸਾਨੂੰ ਦਿੱਤਾ ਗਿਆ ਉਹ ਸਵਾਰੀਏ। ਤੇ ਕਬੀਰ ਜੀ ਦਾ ਇੱਕ ਹੋਰ ਸਲੋਕ ਵੀ ਹੈ ਜੀ, ਇਸ ਦੇ ਹੀ ਕੋ ਸਿਮਰੈ ਦੇਵ, ਸੋ ਦੇ ਹੀ ਭਜ ਹਰ ਕੀ ਸੇਵ।
ਕਿ ਇਹ ਦੇਈ ਜਿਹੜੀ ਸਾਨੂੰ ਬੜੀ ਮੁਸ਼ਕਿਲ ਨਾਲ ਮਿਲੀ ਹੈ, ਇਹਨੂੰ ਵੱਡੇ ਵੱਡੇ ਦੇਵਤੇ ਵੀ ਇਸ ਮਨੁੱਖਾਂ ਦੇ ਲਈ ਤਰਸਦੇ ਨੇ। ਤੇ ਅੱਗੇ ਕਬੀਰ ਜੀ ਇਹ ਵੀ ਕਹਿੰਦੇ ਨੇ ਕਿ ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਓ। ਕਿ ਜਿਹੜਾ ਸਾਡਾ ਇੱਕ ਹੀ ਪਰਪਸ ਹੈ ਇਸ ਲਾਈਫ ਵਿੱਚ ਆਉਣ ਦਾ, ਜਿਹੜੀ ਸਾਨੂੰ ਮਨੁੱਖਾਂ ਦੇ ਹੀ ਮਿਲੀ ਹੈ, ਸਾਡਾ ਇੱਕ ਹੀ ਪਰਪਸ ਹੈ ਕਿ ਅਸੀਂ ਪ੍ਰਭੂ ਦਾ ਨਾਮ ਜਪੀਏ ਤੇ ਨਾਮ ਜਪੀਏ ਤੇ ਅਸੀਂ ਜਿਹੜਾ ਸਾਨੂੰ ਉਸਦਾ ਫਲ ਵੀ ਮਿਲੇਗਾ। ਅਸੀਂ ਇੱਛਾ ਨਾ ਕਰੀਏ ਫਲ ਦੀ, ਪਰ ਸਾਨੂੰ ਉਸਦਾ ਫਲ ਮਿਲੇਗਾ, ਸਾਨੂੰ ਉਸਦਾ ਫਲ ਦਿਖੇਗਾ। ਤੇ ਇੱਕ ਹੈਂਡ ਰੇਜ਼ ਹੈ ਜੀ ਮਨਜੀਤ ਕੌਰ ਜੀ ਦਾ ਅੰਬਾਲਾ ਤੋਂ, ਤੇ ਆਈ ਰਿਕੁਐਸਟ ਉਹ ਸਹਿਜਵੀਰ ਸਿੰਘ ਜੀ ਨੂੰ ਕਿ ਉਹ ਉਹਨਾਂ ਨੂੰ ਸਕਰੀਨ ਤੇ ਲੈ ਆਉਣ ਜੀ। ਵਾਹਿਗुरु जी का खालसा ਵਾਹਿਗੁਰੂ ਜੀ ਕੀ ਫਤਿਹ। कबीर जी जो है ਇਹਨਾਂ ਦੋ ਸ਼ਲੋਕ ਜੋ ਅੱਜ ਦੇ ਦੋ ਸ਼ਲੋਕ ਚੱਲਦੇ ਹਨ। ਪਹਿਲੇ ਸ਼ਲੋਕ ਵਿੱਚ ਸਾਨੂੰ ਚੇਤਨਾ ਦਿਵਾਉਂਦੇ ਹਨ, ਸਾਨੂੰ ਸੁਚੇਤ ਕਰਦੇ ਹਨ ਕਿ ਅਸੀਂ ਪਰਮਾਤਮਾ ਦਾ ਨਾਮ ਜਪੀਏ, ਆਪਣੀ ਜਵਾਨੀ ਵਿੱਚ ਬਚਪਨ ਵਿੱਚ ਅਸੀਂ ਪਰਮਾਤਮਾ ਦਾ ਨਾਮ ਜਪੀਏ। ਲੇਕਿਨ ਨੈਕਸਟ ਸ਼ਲੋਕ ਵਿੱਚ ਜੋ ਹਨ ਉਹ ਸਾਨੂੰ ਫਿਰ ਜਿਨ੍ਹਾਂ ਦਾ ਇਹ ਸਮਾਂ ਬੀਤ ਗਿਆ, ਜਵਾਨੀ ਨਿਕਲ ਗਈ, ਬੁਢਾਪਾ ਆ ਗਿਆ, ਜਿਨ੍ਹਾਂ ਨੇ ਨਾਮ ਨਹੀਂ ਜਪਿਆ ਉਹਨਾਂ ਨੂੰ ਵੀ ਫਿਰ ਨਿਰਾਸ਼ ਹੋਣ ਤੋਂ ਬਚਾਉਂਦੇ ਨੇ। ਉਹਨਾਂ ਨੂੰ ਵੀ ਨਿਰਾਸ਼ ਨਹੀਂ ਹੋਣ ਦਿੰਦੇ ਕਿ ਵੀ ਅਜੇ ਵੀ ਜੇ ਇਹਦੇ ਬਾਰੇ ਵਿੱਚ ਭਾਈ ਜੋ ਹੈ ਗੁਰੂ ਤੇਗ ਬਹਾਦਰ ਜੀ ਦਾ ਵੀ ਇੱਕ ਸ਼ਬਦ ਹੈਗਾ ਕਿ ਅਜਹੂ ਕਛ ਬਿਕਰਿਓ ਨਹੀਂ ਜੋ ਹਰਿ ਗੁਣ ਗਾਏ। ਤੇ ਇੱਕ ਵਾਰ ਮੈਂ ਪੜ੍ਹ ਰਹੀ ਸੀ ਭਾਈ ਵੀਰ ਸਿੰਘ ਜੀ ਦੀ ਇੱਕ ਬੁੱਕ ਪੜ੍ਹ ਰਹੀ ਸੀ, ਉਹਦੇ ਵਿੱਚ ਸੀਗਾ ਕਿ ਵੀ ਕਿਸੇ ਨੇ ਪੁੱਛਿਆ ਭਾਈ ਵੀਰ ਸਿੰਘ ਜੀ ਨੂੰ ਕਿ ਜੋ ਇਹ ਗੁਰੂ ਤੇਗ ਬਹਾਦਰ ਜੀ ਦਾ ਜੋ ਇਹ ਸ਼ਬਦ ਹੈ ਕਿ ਅਜਹੂ ਕਛ ਬਿਕਰਿਓ ਨਹੀਂ ਜੋ ਹਰਿ ਗੁਣ ਗਾਏ, ਤੇ ਇਹ ਕਿਸ ਅਵਸਥਾ ਲਈ ਹੈ ਕਿ ਕਦੋਂ ਕੁਛ ਵਿਗੜਿਆ ਨਹੀਂ ਹੈ। ਤਾਂ ਉਹਨਾਂ ਨੇ ਕਿਹਾ ਕਿ ਜਦ ਤੱਕ ਸਾਡੇ ਕੋਲ ਅਖੀਰਲਾ ਸਵਾਸ ਹੈ ਤਾਂ ਵੀ ਅਗਰ ਕਿਸੇ ਨੂੰ ਇਸ ਗੱਲ ਦੀ ਸੋਝੀ ਹੋ ਜਾਂਦੀ ਹੈ ਕਿ ਮੈਂ ਨਾਮ ਜਪਣਾ ਹੈ, ਔਰ ਉਹ ਆਪਣੇ ਅਖੀਰਲੇ ਸਵਾਸ ਤੇ ਵੀ ਅਗਰ ਨਾਮ ਜਪ ਲੈਂਦਾ ਨਾ, ਤਾਂ ਵੀ ਉਹਦਾ ਨਾਮ ਜਪਿਆ ਜੋ ਹੈ ਨਾ ਉਹਦਾ ਜਾਗਣਾ ਜੋ ਹੈ ਉਹ ਸਫਲ ਹੋ ਸਕਦਾ ਹੈ। ਉਹਦੇ ਬਾਰੇ ਫਿਰ ਭਾਈ ਵੀਰ ਸਿੰਘ ਜੀ ਨੇ ਇੱਕ ਸਾਖੀ ਸੁਣਾਈ ਸੀ, ਜੇ ਅਗਰ ਆਪ ਆਗਿਆ ਬਖਸ਼ੋ ਤੇ ਮੈਂ ਉਹ ਸੁਣਾ ਦਵਾਂ ਆਪ ਜੀ ਨੂੰ। ਹਾਂਜੀ ਹਾਂਜੀ ਬਿਲਕੁਲ ਜੀ। तो भाई वीर सिंह जी ने दसिया कि एक बार जो है ना उन्हों का एक फ्रेंड सीगा जो उन्होंने नाल सीगे ते ਉਹ बचपन तो विच ਉਹ ਕਹਿੰਦੇ कि मेरा फ्रेंड ਜਿਹੜਾ ਉਹ गलत संगत ਵਿੱਚ ਪੈ ਗਿਆ। और भाई वीर सिंह जी जो ਹਨ ਉਹ ਤੇ ਸਭ ਜਾਣਦੇ ਹਨ ਕਿ ਉਹ ਗੁਰਮੁਖ ਜੋ ਹਨ ਸੀਗੇ ਪੜੇ, ਤੇ ਕਹਿੰਦੇ ਕਿ ਕਾਫੀ ਜਦੋਂ ਮੇਰਾ ਫਰੈਂਡ ਕਹਿੰਦੇ ਕਿ ਅਖੀਰਲੀ ਉਮਰ ਵਿੱਚ ਜਦੋਂ ਪਹੁੰਚ ਗਿਆ ਤੇ ਉਹ ਬਿਮਾਰ ਹੋ ਗਿਆ। ਉਹਨੂੰ ਬੜਾ ਡਰ ਲੱਗਣ ਲੱਗ ਗਿਆ ਕਿ ਵੀ ਹੁਣ ਮੈਂ ਜੋ ਹੈ ਸਾਰੀ ਜ਼ਿੰਦਗੀ ਨਾਮ ਨਹੀਂ ਜਪਿਆ, ਤੇ ਉਹ ਬਿਲਕੁਲ ਬੈੱਡ ਤੇ ਸੀਗਾ। ਤੇ ਉਹਨੂੰ ਜਿਹੜਾ ਭਾਈ ਵੀਰ ਸਿੰਘ ਜੀ ਦੀ ਯਾਦ ਆਈ, ਉਹਨੇ ਭਾਈ ਵੀਰ ਸਿੰਘ ਜੀ ਨੂੰ ਬੁਲਵਾਇਆ, ਉਹਨਾਂ ਨੂੰ ਕਿਹਾ ਕਿ ਵੀ ਬੁਲਵਾ ਕੇ ਕਿ ਵੀ ਸੰਦੇਸ਼ਾ ਭਿਜਵਾਇਆ ਕਿ ਮੈਨੂੰ ਮਿਲਣ ਆਓ। ਭਾਈ ਵੀਰ ਸਿੰਘ ਜੀ ਉਹਨਾਂ ਨੂੰ ਮਿਲਣ ਗਏ ਤੇ ਉਹਨੇ ਕਿਹਾ ਕਿ ਵੀ ਮੈਂ ਜੋ ਹੈ ਸਾਰੀ ਜ਼ਿੰਦਗੀ ਐਵੇਂ ਗਵਾ ਦਿੱਤੀ, ਹੁਣ ਮੇਰਾ ਅਖੀਰਲਾ ਸਮਾਂ ਆ ਗਿਆ, ਮੈਨੂੰ ਇੰਜ ਜਾਪਦਾ ਤੇ ਮੈਨੂੰ ਬਹੁਤ ਡਰ ਲੱਗਦਾ ਹੈ। ਤੇਰੀ ਮੇਰੀ ਬੜੀ ਦੋਸਤੀ ਰਹੀ ਹੈ ਤੇ ਤੂੰ ਸਾਰੀ ਜ਼ਿੰਦਗੀ ਪਰਮਾਤਮਾ ਦਾ ਨਾਮ ਜਪਦਾ ਰਿਹਾ, ਤੂੰ ਮੈਨੂੰ ਹੁਣ ਦੱਸ ਕਿ ਵੀ ਤੂੰ ਮੈਨੂੰ ਕੁਝ ਐਸੇ ਮੇਰਾ ਭਲਾ ਕਰ, ਮੈਨੂੰ ਦੱਸ ਮੈਂ ਕੀ ਕਰਾਂ। ਤਾਂ ਭਾਈ ਵੀਰ ਸਿੰਘ ਜੀ ਨੇ ਕਿਹਾ ਕਿ ਠੀਕ ਹੈ, ਤੂੰ ਜੋ ਹੈ ਹੁਣ ਮੂਲ ਮੰਤਰ ਦੇ ਜਾਪ ਸ਼ੁਰੂ ਕਰ ਦੇ। ਉਹਨਾਂ ਦੇ ਫਰੈਂਡ ਨੇ ਮੂਲ ਮੰਤਰ ਦੇ ਜਾਪ ਸ਼ੁਰੂ ਕਰ ਦਿੱਤੇ और फिर भाई वीर सिंह जी अपने घर आ गए। भाई वीर सिंह जी कहते कि रात दे 12 बजे मैनू की सपना आया, मैं सुते सुते देखा कि मेरा जो फ्रेंड है वो गुरु रामदास जी के चरणों विच बैठा होया है दरबार साहब विच। और उन्होंने फिर ਅੰਮ੍ਰਿਤ ਵੇਲੇ ਉਹਨਾਂ ਨੂੰ ਸੰਦੇਸ਼ਾ ਆਇਆ ਕਿ ਜਿਸ ਟਾਈਮ ਉਹਨਾਂ ਨੇ ਆਪਣੇ ਫਰੈਂਡ ਨੂੰ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਦੇਖਿਆ, ਉਸੇ ਟਾਈਮ ਹੀ ਉਹਨਾਂ ਦੇ ਫਰੈਂਡ ਦੇ ਸਵਾਸ ਅਖੀਰਲੇ ਨਿਕਲ ਗਏ ਸੀ। ਯਾਨੀ ਕਿ ਅਖੀਰਲੇ ਸਵਾਸਾਂ ਵਿੱਚ ਉਹਨਾਂ ਨੇ ਮੂਲ ਮੰਤਰ ਦੇ ਜਾਪ ਕੀਤੇ ਤੇ ਉਹਨਾਂ ਨੂੰ ਮਹਾਰਾਜ ਦੇ ਚਰਨਾਂ ਵਿੱਚ ਵਸਣ ਦਿੱਤਾ। ਇਸੇ ਤਰ੍ਹਾਂ ਇਹ ਕਬੀਰ ਜੀ ਵੀ ਸਾਨੂੰ ਸਮਝਾਉਂਦੇ ਹਨ ਕਿ ਅਗਰ ਸਾਡੇ ਕੋਲ ਇੱਕ ਸਵਾਸ ਦਾ ਵੀ ਸਮਾਂ ਹੈਗਾ ਨਾ, ਹੋਰ ਸਾਨੂੰ ਸੋਝੀ ਆ ਗਈ ਹੈ ਤੇ ਅਸੀਂ ਉਹਨੂੰ ਵੀ ਸਫਲ ਕਰਕੇ ਤੇ ਜੋ ਹੈ ਸਾਡਾ ਜੀਵਨ ਸਫਲ ਹੋ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਧੀਆ ਐਕਸਪਲੇਨ ਕੀਤਾ ਕਿ ਸਾਨੂੰ ਰੀਅਲਾਈਜੇਸ਼ਨ ਹੋਣੀ ਚਾਹੀਦੀ ਹੈ, ਸਾਨੂੰ ਰੀਅਲਾਈਜ਼ ਕਰਨਾ ਪਏਗਾ ਪਹਿਲਾਂ ਕਿ ਸਾਡੇ ਕੋਲ ਟਾਈਮ ਘੱਟ ਹੈਗਾ ਤੇ ਅਸੀਂ
ਆਪਣਾ ਜਿਹੜਾ ਹੈ ਜੀਵਨ ਹੈ ਅਸੀਂ ਇਹਨੂੰ ਸਵਾਰੀਏ ਤੇ ਸਾਨੂੰ ਜਦ ਵੀ ਅਸੀਂ ਰੀਅਲਾਈਜ਼ ਕਰੀਏ ਕਦੇ ਵੀ ਉਹ ਲੇਟ ਨਹੀਂ ਹੁੰਦਾ। ਜੇ ਸਾਨੂੰ ਰੀਅਲਾਈਜ਼ ਉਹ ਚੀਜ਼ ਹੋ ਗਈ ਹੈ ਕਿ ਅਸੀਂ ਆਪਣਾ ਟਾਈਮ ਐਵੇਂ ਹੀ ਆਪਣੀ ਲਾਈਫ ਵੇਸਟ ਕਰਤੀ ਹੈ, ਤਾਂ ਫਿਰ ਅਸੀਂ ਜਦ ਵੀ ਸਾਨੂੰ ਰੀਅਲਾਈਜ਼ ਹੋਵੇ ਤਾਂ ਸਾਨੂੰ ਪਤਾ ਲੱਗੇਗਾ ਕਿ ਹਲੇ ਵੀ ਕੁਝ ਵਿਗੜਿਆ ਨਹੀਂ ਹੈ, ਹਲੇ ਵੀ ਅਸੀਂ ਆਪਣਾ ਜਿਹੜਾ ਇਹ ਜੀਵਨ ਹੈ, ਆਪਣਾ ਇਹ ਜਨਮ ਹੈ ਉਹ ਸਵਾਰ ਸਕਦੇ ਹਾਂ। ਇੱਕ ਹੋਰ ਹੈਂਡ ਰੇਜ਼ ਹੈ ਜੀ, ਆਈ ਰਿਕਵੈਸਟ ਕਿ ਉਹ ਆਪਣੀ ਵੀਡੀਓ ਔਨ ਕਰ ਲੈਣ ਤੇ ਸਹਿਜਵੀਰ ਜੀ ਤੁਸੀਂ ਉਹਨਾਂ ਨੂੰ ਸਕਰੀਨ ਤੇ ਲੈ ਆਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀ ਫਤਿਹ। ਕੀ ਫਤਿਹ ਜੀ। ਹਾਂਜੀ, ਸ਼ਲੋਕ ਕਬੀਰਾ ਰਾਮ ਨ ਚੇਤਿਓ ਜਰਾ ਪਹੁੰਚਿਓ ਆਏ, ਲਾਗੀ ਮੰਦਰ द्वार ਤੇ ਅਬ ਕਿਆ ਕਾਢਿਆ ਜਾਏ। ਕਬੀਰ ਜੀ ਇਸ ਵਿੱਚ ਕਹਿੰਦੇ ਹਨ ਕਿ ਜਵਾਨੀ ਵੇਲੇ ਪਰਮਾਤਮਾ ਨੂੰ ਸਿਮਰਿਆ ਨਹੀਂ, ਹੁਣ ਬੁਢੇਪਾ ਸਿਰ ਤੇ ਆ ਪਹੁੰਚਿਆ ਹੈ। ਜੇ ਕਿਸੇ ਘਰ ਨੂੰ ਦਰਵਾਜ਼ੇ ਤੇ ਹੀ ਅੱਗ ਲੱਗ ਜਾਏ ਅਤੇ ਕੋਈ ਘਰ ਦਾ ਸਮਾਨ ਬਚਾਉਣਾ ਚਾਹੇ, ਭਾਵ ਤਤਕਾਲ ਘਰ ਵਿੱਚੋਂ ਕੀ ਕੱਢਿਆ ਜਾ ਸਕਦਾ ਹੈ, ਭਾਵ ਲੱਗੀ ਹੋਈ ਅੱਗ ਵਿੱਚੋਂ ਕੁਝ ਵੀ ਬਚਾਇਆ ਨਹੀਂ ਜਾ ਸਕਦਾ। ਮਨੁੱਖ ਬਾਲ ਅਵਸਥਾ ਤੋਂ ਜਵਾਨੀ ਵਿੱਚ ਆਉਂਦਾ ਹੈ, ਉਸ ਵੇਲੇ ਰੂਪ ਰੰਗ ਤੇ ਹੋਰ ਖੇਡਾਂ ਵਿੱਚ ਖਚਿਤ ਹੁੰਦਾ ਹੈ। ਇਸੇ ਤਰ੍ਹਾਂ ਉਮਰ ਬੀਤਦਿਆਂ ਬੁਢੇਪਾ ਆ ਜਾਂਦਾ ਹੈ, ਬਲ ਘਟ ਜਾਂਦਾ ਹੈ, ਫਿਰ ਸਿਮਰਨ ਕਿਸ ਤਰ੍ਹਾਂ ਹੋ ਸਕੇਗਾ। ਇਸ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਫਰਮਾਨ ਹੈ, ਉੱਜਲ ਮੋਤੀ ਸੋਹਣੇ ਰਤਨਾ ਨਾਲ ਜੁੜਨ, ਤਿੰਜਰ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ। ਜੋ ਸਰੀਰ ਸੋਹਣੇ ਚਿੱਟੇ ਦੰਦਾਂ ਨਾਲ ਤੇ ਸੋਹਣੇ ਨੈਣਾਂ ਨਾਲ ਸ਼ੋਭ ਰਹੇ ਹਨ, ਨਾਨਕ ਜੀ ਕਹਿੰਦੇ ਹਨ ਕਿ ਬੁਢੇਪਾ ਇਹਨਾਂ ਦਾ ਵੈਰੀ ਹੈ, ਕਿਉਂਕਿ ਬੁੱਢੇ ਹੋ ਕੇ ਇਹ ਨਾਸ਼ ਹੋ ਜਾਂਦੇ ਹਨ। ਉਹ ਜਿਹਾ ਸਰੀਰ ਬੁੱਢੇ ਹੋ ਕੇ ਨਹੀਂ ਰਹਿੰਦਾ। ਇਸੇ ਤਰ੍ਹਾਂ ਇੱਕ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ, ਜੋਬਨ ਗਿਆ ਬਤੀਤ ਜਰਮਲ ਬੈਠਿਆਂ, ਕਰ ਕੰਪੇ ਸੇ ਡੋਲ ਨੈਣ ਨਾ ਡੀਠਿਆਂ, ਨਾ ਨੈਣ ਦੀਸੇ ਬਿਨ ਭਜਨ ਈਸੇ ਛੋੜ ਮਾਇਆ ਚਾਲਿਆ, ਕਹਿਆ ਨ ਮਾਨੇ ਸਿਰ ਖਾਕ ਛਾਨੇ ਜਿਨ ਸੰਗ ਮਨ ਤਨ ਜਾਲਿਆ, ਸ਼੍ਰੀ ਰਾਮ ਰੰਗ ਅਪਾਰ ਪੂਰਨ ਨਿਮਖ ਮਨ ਮੈਂ ਬੂਠਿਆ, ਬਿਨਵੰਤ ਨਾਨਕ ਕੋਟ ਕਾਗਰ ਬਿਨ ਸਬਾਰਨਾ ਝੂਠਿਆ। ਇਸ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਆਖਰ ਜਵਾਨੀ ਬੀਤ ਜਾਂਦੀ ਹੈ, ਉਸ ਦੀ ਥਾਂ ਬੁਢੇਪਾ ਮਲ ਕੇ ਬਹਿ ਜਾਂਦਾ ਹੈ। ਹੱਥ ਕੰਬਣ ਲੱਗ ਪੈਂਦੇ ਹਨ, ਸਿਰ ਝੋਲਾ ਖਾਣ ਲੱਗ ਪੈਂਦਾ ਹੈ, ਅੱਖਾਂ ਨਾਲ ਕੁਝ ਦਿਸਦਾ ਨਹੀਂ। ਜਿਸ ਮਾਇਆ ਦੀ ਖਾਤਰ ਪਰਮਾਤਮਾ ਦੇ ਭਜਨ ਤੋਂ ਵਾਂਝਿਆ ਰਿਹਾ, ਆਖਰ ਉਸ ਮਾਇਆ ਨੂੰ ਵੀ ਛੱਡ ਕੇ ਤੁਰ ਪੈਂਦਾ ਹੈ। ਜਿਨ੍ਹਾਂ ਪੁੱਤਰਾਂ ਧੀਆਂ ਸਾਕ ਸੰਬੰਧੀਆਂ ਦੇ ਨਾਲ ਆਪਣਾ ਮਨ ਤੇ ਸਰੀਰ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਰਿਹਾ, ਬੁਢੇਪੇ ਵੇਲੇ ਉਹ ਵੀ ਆਖਾਂ ਨਹੀਂ ਮੰਨਦੇ, ਸਿਰ ਉੱਤੇ ਸੁਆਹ ਹੀ ਪਾਉਂਦੇ ਹਨ ਤੇ ਹਰ ਗੱਲ ਲਈ ਕੋਰਾ ਜਵਾਬ ਦਿੰਦੇ ਹਨ। ਮਾਇਆ ਦੇ ਮੋਹ ਦੇ ਕਾਰਨ ਬੇਅੰਤ ਸਰਵ ਵਿਆਪਕ ਪਰਮਾਤਮਾ ਦੇ ਪ੍ਰੇਮ ਦੀਆਂ ਗੱਲਾਂ ਇੱਕ ਛਿਨ ਵਾਸਤੇ ਵੀ ਮਨ ਵਿੱਚ ਨਾ ਵਸੀਆਂ। ਅਖੀਰ ਵਿੱਚ ਗੁਰੂ ਜੀ ਬੇਨਤੀ ਕਰਦੇ ਹਨ ਕਿ ਇਹ ਨਾਸ਼ਵੰਤ ਸਰੀਰ ਨਾਸ਼ ਹੁੰਦਿਆਂ ਚਿਰ ਨਹੀਂ ਲੱਗਦਾ, ਜਿਵੇਂ ਕਰੋੜਾਂ ਮਣ ਕਾਗਜ਼ ਪਲ ਵਿੱਚ ਹੀ ਸੜ ਕੇ ਸੁਆਹ ਹੋ ਜਾਂਦਾ ਹੈ। ਕਹਿਣ ਦਾ ਭਾਵ ਕਿ ਆਪਣੀ ਜ਼ਿੰਦਗੀ ਦਾ ਇੱਕ ਇੱਕ ਮਿੰਟ ਸਹਾਈ ਹੈ, ਇਸ ਨੂੰ ਕਦੇ ਵੀ ਅਜ਼ਾਈ ਨਾ ਜਾਣ ਦੇਈਏ। ਅਗਲਾ ਸ਼ਲੋਕ ਹੈ, ਕਬੀਰ ਕਾਰਨ ਸੋ ਪਿਓ ਜੋ ਕੀਨੋ ਕਰਤਾਰ, ਤਿਸ ਬਿਨ ਦੂਸਰ ਕੋ ਨਹੀਂ ਏਕੈ ਸਿਰਜਣਹਾਰ। ਕਬੀਰ ਜੀ ਇਸ ਵਿੱਚ ਕਹਿੰਦੇ ਹਨ ਕਿ ਸਬੱਬ ਉਹੀ ਬਣਦਾ ਹੈ ਜੋ ਪਰਮਾਤਮਾ ਆਪ ਬਣਾਏ, ਉਸ ਪਰਮਾਤਮਾ ਤੋਂ ਬਿਨਾਂ ਕੋਈ ਦੂਸਰਾ ਨਹੀਂ। ਸੋ ਆਪਾਂ ਨੂੰ ਆਖਰ ਵਿੱਚ ਕਰਤਾ ਪੁਰਖ ਤੇ ਗੱਲ ਛੱਡਣੀ ਪੈਂਦੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇਸ ਲਈ ਫਰਮਾਨ ਹੈ, ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ। ਜੇ ਕਿਸੇ ਹੋਣੀ ਦਾ ਕਾਰਨ ਨਾ ਲੱਭੇ ਤਾਂ ਅਸੀਂ ਕਰਮ ਅਤੇ ਆਪਣੀ ਕਿਸਮਤ ਤੇ ਦੋਸ਼ ਦੇਣਾ ਆਰੰਭ ਕਰ ਦਿੰਦੇ ਹਾਂ। ਸੋ ਇਸ ਝਗੜੇ ਵਿੱਚ ਪੈਣ ਦੀ ਲੋੜ ਨਹੀਂ। ਕਾਰਨਾਂ ਵਿੱਚ ਫਸ ਕੇ ਪਰਮੇਸ਼ਰ ਤੋਂ ਬੇਮੁਖ ਹੋਣ ਵਾਲੀ ਗੱਲ ਹੈ। ਗੁਰੂ ਜੀ ਦਾ ਭਾਵ ਹੈ ਕਿ ਸਾਨੂੰ ਕਾਰਨ ਲੱਭਣ ਵਾਲੀ ਦੁਬਿਧਾ ਵਿੱਚ ਨਹੀਂ ਪੈਣਾ ਚਾਹੀਦਾ। ਉਹ ਕਰਤਾਰ ਪੁਰਖ ਜਿਸ ਨੇ ਸੰਸਾਰ ਬਣਾਇਆ, ਉਸ ਤੋਂ ਬਿਨਾਂ ਹੋਰ ਕੋਈ ਮਨੁੱਖ ਕੁਝ ਕਰਨ ਤੇ ਦੱਸਣ ਦੀ ਸਮਰੱਥਾ ਨਹੀਂ ਰੱਖਦਾ।
ਇਸ ਲਈ ਇੱਕ ਵਿੱਚ ਹੀ ਭਰੋਸਾ ਰੱਖਣਾ ਚਾਹੀਦਾ ਹੈ, ਉਹ ਹੈ ਆਪਣਾ ਪ੍ਰਭੂ ਪਰਮਾਤਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਜੀ ਕੀ ਕੀ ਫਤਿਹ ਫਤਿਹ ਜੀ। ਬਹੁਤ ਹੀ ਪਿਆਰੀ ਵਿਚਾਰ ਜੀ, ਬਹੁਤ ਹੀ ਵਧੀਆ ਆਂਟੀ ਨੇ ਸਾਨੂੰ ਦੱਸਿਆ ਕਿ ਇੱਕ ਵਾਰੀ ਜਿਹੜਾ ਸਮਾਂ ਲੰਘ ਜਾਂਦਾ ਹੈ ਉਹ ਆਉਂਦਾ ਨਹੀਂ ਹੈ, ਪਰ ਜਿਹੜਾ ਸਮਾਂ ਰਹਿ ਗਿਆ ਹੈ ਅਸੀਂ ਉਹਨੂੰ ਸਵਾਰੀਏ। ਤੇ ਮੈਂ ਇੱਕ ਛੋਟੀ ਜਿਹੀ ਸਟੋਰੀ ਸ਼ੇਅਰ ਕਰਨਾ ਚਾਹੂੰਗੀ ਜੀ ਤੁਹਾਡੇ ਸਭ ਨਾਲ ਜੀ। ਇੱਕ ਵਾਰ ਨਾ ਕੁਝ ਨਿੰਜਾ ਹੁੰਦੇ ਨੇ ਯੋਧਾ, ਉਹ ਇੱਕ ਫੀਲਡ 'ਚ ਜਾਂਦੇ ਨੇ ਜਿੱਥੇ ਹੁਣੇ ਤਦ ਹੀ ਕਣਕ ਵੀ ਉਗਾਈ ਹੁੰਦੀ ਹੈ, ਤੇ ਕਣਕ ਦੇ ਬੀਜ ਤਦ ਹੀ ਬਸ ਬੋਏ ਹੁੰਦੇ ਨੇ ਕਿ ਉਹ ਨਿੰਜਾ ਜਿਹੜੇ ਹੁੰਦੇ ਨੇ ਉਹ ਆ ਜਾਂਦੇ ਨੇ। ਤੇ ਉਹਨਾਂ ਦਾ ਜਿਹੜਾ ਟ੍ਰੇਨਰ ਹੁੰਦਾ ਹੈ, ਜਿਹੜਾ ਉਹਨਾਂ ਨੂੰ ਸਿੱਖਿਆ ਦਿੰਦਾ ਹੈ, ਉਹ ਕਹਿੰਦਾ ਕਿ ਤੁਸੀਂ ਇਹਨਾਂ ਬੀਜਾਂ ਦੇ ਉੱਤੋਂ ਜੰਪ ਕਰਨੀ ਹੈ ਤੇ ਤੁਹਾਡਾ ਪੈਰ ਜਿਹੜਾ ਹੈ ਬੀਜ ਉੱਤੇ ਨਹੀਂ ਪੈਣਾ ਚਾਹੀਦਾ। ਤੁਸੀਂ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਬੀਜਾਂ ਦੇ ਉੱਤੋਂ ਜੰਪ ਕਰਨੀ ਹੈ, ਜਿਵੇਂ ਥੋੜੀ ਥੋੜੀ ਸਪੇਸ ਹੁੰਦੀ ਹੈ ਤਾਂ ਉਹਨਾਂ ਵਿੱਚੋਂ ਜੰਪ ਕਰਨੀ ਹੈ ਤੁਸੀਂ, ਤੇ ਤੁਹਾਡਾ ਜਿਹੜਾ ਪੈਰ ਹੈ ਉਹ ਬੀਜ ਤੇ ਨਹੀਂ ਲੱਗਣਾ ਚਾਹੀਦਾ। ਤੇ ਉਹ ਇਹ ਆਰਡਰ ਕਰਦਾ ਹੈ ਤਾਂ ਉਹ ਜੰਪ ਕਰ ਦਿੰਦੇ ਨੇ ਉੱਥੋਂ ਦੀ। ਤਾਂ ਫਿਰ ਉਹ ਨਾ ਫਿਰ ਉਸ ਤੋਂ ਬਾਅਦ ਹਰ ਦਿਨ ਹੀ ਆਉਂਦੇ ਨੇ ਉਸ ਜਿਹੜੇ ਖੇਤ ਵਿੱਚ, ਉਹ ਹਰ ਦਿਨ ਹੀ ਆਉਂਦੇ ਨੇ ਤੇ ਉਹ ਜਿਹੜੇ ਬੀਜ ਬੋਏ ਹੁੰਦੇ ਨੇ ਉਹ ਹੌਲੀ ਹੌਲੀ ਵੱਡੇ ਹੋ ਰਹੇ ਹੁੰਦੇ ਨੇ, ਤੇ ਉਹ ਬੀਜ ਤੋਂ ਉਹ ਬਰਡਸ ਬਣ ਜਾਂਦੇ ਨੇ, ਹੋਰ ਵੱਡੇ ਹੋ ਜਾਂਦੇ ਨੇ। ਤਾਂ ਫਿਰ ਉਹ ਉੱਥੋਂ ਜੰਪ ਕਰਦੇ ਨੇ। ਤਾਂ ਫਿਰ ਐਵੇਂ ਹੀ ਥੋੜੀ ਦੇਰ ਬਾਅਦ ਉਹ ਜਿਹੜੇ ਉਹ ਬਰਡਸ ਬਣ ਗਏ ਹੁੰਦੇ ਨੇ, ਉਹ ਛੋਟੇ ਛੋਟੇ ਪਲਾਂਟਸ, ਛੋਟੇ ਛੋਟੇ ਪੌਦੇ ਬਣ ਜਾਂਦੇ ਨੇ। ਤਾਂ ਫਿਰ ਉਹ ਉਸ ਤੋਂ ਜੰਪ ਕਰਦੇ ਨੇ। ਤਾਂ ਫਿਰ ਕੁਛ ਹੀ ਦੇਰ ਬਾਅਦ ਫਿਰ ਉਹ ਜਿਹੜੇ ਪਲਾਂਟਸ ਹੁੰਦੇ ਨੇ ਉਹ ਥੋੜੇ ਹੋਰ ਵੱਡੇ ਹੋ ਜਾਂਦੇ ਨੇ, ਤਾਂ ਕਣਕ ਉਹਨਾਂ ਚੋਂ ਉਗਣੀ ਸ਼ੁਰੂ ਹੋ ਜਾਂਦੀ ਹੈ। ਤਾਂ ਫਿਰ ਉਹ ਉਸ ਤੋਂ ਵੀ ਜੰਪ ਕਰਦੇ ਨੇ, ਉੱਚਾ ਜੰਪ ਕਰਦੇ ਨੇ। ਤੇ ਉਹਨਾਂ ਨੂੰ ਐ ਨਹੀਂ ਲੱਗਦਾ ਸੀ ਕਿ ਇਹ ਉਹਨਾਂ ਦਾ ਟਾਈਮ ਵੇਸਟ ਹੋ ਰਿਹਾ ਹੈ ਕੁਝ, ਕਿਉਂਕਿ ਉਹਨਾਂ ਦੇ ਜਿਹੜੇ ਟ੍ਰੇਨਰ ਨੇ ਉਹਨਾਂ ਨੇ ਟ੍ਰੇਨਰ ਨੇ ਕਿਹਾ ਸੀ ਤੇ ਉਹਨਾਂ ਨੂੰ ਬੋਰ ਨਹੀਂ ਹੁੰਦੇ ਸੀ ਇਹ ਕੰਮ ਕਰਕੇ। ਤੇ ਉਹਨਾਂ ਨੂੰ ਐ ਨਹੀਂ ਲੱਗਦਾ ਸੀ ਕਿ ਉਹ ਜਿਹੜਾ ਆਪਣਾ ਟਾਈਮ ਵੇਸਟ ਕਰ ਰਹੇ ਨੇ। ਤੇ ਫਿਰ ਉਹ ਵੀਟ ਉਗ ਜਾਂਦੀ ਹੈ ਪੂਰੀ ਤਰ੍ਹਾਂ, ਤੇ ਫਿਰ ਵੀ ਉਹ ਜੰਪ ਕਰਦੇ ਹੀ ਰਹਿੰਦੇ ਨੇ। ਜਿਵੇਂ ਜਿਵੇਂ ਉਹ ਜਿਹੜੀ ਕਣਕ ਹੈ ਉਹ ਉਗਦੀ ਹੈ, ਉਵੇਂ ਹੀ ਉਹਨਾਂ ਦੀ ਜਿਹੜੀ ਜੰਪ ਨੇ, ਜਿਹੜੀ ਛਲਾਂਗ ਮਾਰਦੇ ਨੇ, ਉਹ ਵੀ ਉੱਚੀ ਹੁੰਦੀ ਜਾਂਦੀ ਹੈ। ਤੇ ਫਿਰ ਹੌਲੀ ਹੌਲੀ ਜਦ ਐਵੇਂ ਕਰਦੇ ਕਰਦੇ ਜਿਹੜੀ ਕਣਕ ਹੈ ਉਹ ਪੂਰੀ ਤਰ੍ਹਾਂ ਪੱਕ ਗਈ ਤੇ ਬੀਜਣ ਲਈ ਤਿਆਰ ਹੋ ਗਈ ਸੀ, ਤਾਂ ਵੀ ਉਹ ਓਨੀ ਉੱਚੀ ਜੰਪ ਕਰ ਲੈਂਦੇ ਸੀ, ਕਿਉਂਕਿ ਉਹਨਾਂ ਦੀ ਪ੍ਰੈਕਟਿਸ ਹੋ ਗਈ ਸੀ ਤੇ ਉਹ ਰੋਜ਼ ਹੀ ਜੰਪ ਕਰਦੇ ਸੀ। ਪਰ ਬਾਕੀ ਲੋਕ ਜਿਹੜੇ ਉਹਨਾਂ ਨੂੰ ਦੇਖਦੇ ਸੀ, ਉਹਨਾਂ ਨੂੰ ਲੱਗਦਾ ਸੀ ਕਿ ਇਹ ਪਤਾ ਨਹੀਂ ਕੀ ਟਾਈਮ ਪਾਸ ਕਰ ਰਹੇ ਨੇ, ਆਪਣਾ ਟਾਈਮ ਬਿਲਕੁਲ ਹੀ ਵੇਸਟ ਕਰ ਰਹੇ ਨੇ। ਪਰ ਉਹਨਾਂ ਨੇ ਲੋਕਾਂ ਦੀ ਨਹੀਂ ਸੁਣੀ। ਤੇ ਉਹ ਹੁਣ ਜਿਹੜੇ ਉਹ ਨਿੰਜਾ ਸੀਗੇ, ਉਹ ਜਿਹੜੇ ਯੋਧਾ ਸੀਗੇ, ਉਹ ਹੁਣ ਕੋਈ ਵੀ ਆਬਸਟੈਕਲ ਜਿਹੜਾ ਆਉਂਦਾ ਉਹਨਾਂ ਦੇ ਰਸਤੇ ਵਿੱਚ ਵੱਡੇ ਤੋਂ ਵੱਡਾ, ਉਹ ਪਾਰ ਕਰ ਲੈਂਦੇ ਨੇ। ਤੇ ਸੰਗਤ ਜੀ, ਐਵੇਂ ਹੀ ਸਾਡੇ ਲਈ ਨਿਤਨੇਮ ਹੈ, ਜਿਸਦਾ ਮੀਨਿੰਗ ਹੈ ਨਿਤ ਦਾ ਨੇਮ। ਮਤਲਬ ਜਾਂ ਫਿਰ ਆਪਾਂ ਇਹ ਵੀ ਕਹਿ ਸਕਦੇ ਹਾਂ ਇੱਕ ਡੇਲੀ ਰੂਟੀਨ, ਜਿਸ ਨਾਲ ਜਿਹੜੀ ਸਾਡੀ ਸਪਿਰਿਚੁਅਲ ਗਰੋਥ ਹੁੰਦੀ ਹੈ, ਭਾਵ ਕਿ ਰੂਹਾਨੀ ਵਿਕਾਸ। ਤਾਂ ਸਾਨੂੰ ਆਪਣਾ ਨਿਤਨੇਮ ਰੋਜ਼ ਕਰਨਾ ਪਵੇਗਾ ਤਾਂ ਕਿ ਸਾਡੀ ਜਿਹੜੀ ਗਰੋਥ ਹੈ ਹੋਵੇ, ਤਾਂ ਕਿ ਸਾਡਾ ਜਿਹੜਾ ਵਿਕਾਸ ਹੋਵੇ। ਜਿਵੇਂ ਪੌਦਿਆਂ ਨੂੰ ਪਾਣੀ ਦੀ ਲੋੜ ਹੁੰਦੀ ਹੈਗੀ ਆ, ਉਹਨਾਂ ਦਾ ਗਰੋ ਕਰਨ ਲਈ, ਉਹਨਾਂ ਦੇ ਨਰਚਰ ਕਰਨ ਲਈ ਪਾਣੀ ਦੀ ਲੋੜ ਹੁੰਦੀ ਹੈ, ਉਹ ਵੀ ਜਿਹੜੀ ਸਾਡੇ ਸਰੀਰ ਨੂੰ, ਸਾਡੇ ਮਨ ਨੂੰ, ਸਾਡੇ ਸੋਲ ਨੂੰ ਪਾਠ ਦੀ ਲੋੜ ਹੈ, ਨਿਤਨੇਮ ਦੀ ਲੋੜ ਹੈ। ਸਾਨੂੰ ਜਿਹੜੀ ਇਹ ਗਰੋਥ ਹੈ, ਜਿਹੜੀ ਸਾਡੇ 'ਚ ਗਰੋਥ ਹੋਏਗੀ, ਜਿਹੜਾ ਸਾਡਾ ਵਿਕਾਸ ਹੋਏਗਾ, ਉਹ ਭਾਵੇਂ ਨਜ਼ਰ ਨਾ ਆਵੇ, ਪਰ ਹੌਲੀ ਹੌਲੀ ਕਰਕੇ ਉਹ ਜਿਹੜੀ ਸਾਡੀ ਗਰੋਥ ਹੈ ਉਹ ਸਾਨੂੰ ਪਤਾ ਲੱਗ ਜਾਏਗੀ। ਤੇ ਪਰ ਇਹ ਨਹੀਂ, ਇਸਦਾ ਇਹ ਮਤਲਬ ਨਹੀਂ ਹੈ ਕਿ ਜੋ ਸਾਨੂੰ ਗਰੋਥ ਹੁੰਦੀ ਨਜ਼ਰ ਨਹੀਂ ਆ ਰਹੀ ਤਾਂ ਫਿਰ ਅਸੀਂ ਪਾਠ ਛੱਡ ਦਈਏ। ਹੌਲੀ ਹੌਲੀ ਕਰਕੇ ਆਪ ਹੀ ਸਾਨੂੰ ਪਤਾ ਚੱਲ ਜਾਏਗਾ, ਤੇ ਸਾਡੇ ਵਿੱਚ ਜਿਵੇਂ ਜਿਵੇਂ ਹੀ ਗੁਣ ਆਉਂਦੇ ਜਾਣਗੇ, ਉਵੇਂ ਉਵੇਂ ਸਾਡਾ ਮਨ ਕਰੇਗਾ ਕਿ ਅਸੀਂ ਹੋਰ ਪਾਠ ਕਰੀਏ, ਹੋਰ ਪਾਠ ਕਰੀਏ। ਤਾਂ ਇਹ ਉਵੇਂ ਹੀ ਹੈ ਕਿ ਇਹ ਸ਼ਲੋਕ ਨਾਲ ਉਵੇਂ ਹੈ ਕਿ ਜਿਹੜਾ ਸਾਨੂੰ
ਟਾਈਮ ਹੈਗਾ ਸਾਡੇ ਕੋਲ ਹੁਣ, ਉਹ ਅਸੀਂ ਆਪਣਾ ਨਿਤਨੇਮ ਕਰੀਏ, ਆਪਣਾ ਸਹਿਜ ਪਾਠ ਕਰੀਏ ਤੇ ਆਪਣੀ ਪੂਰੀ ਜਿਹੜੀ ਰੂਟੀਨ ਹੈ, ਡੇਲੀ ਰੂਟੀਨ ਹੈ, ਉਹ ਅਸੀਂ ਸੈੱਟ ਕਰੀਏ ਕਿ ਅਸੀਂ ਪਾਠ ਕਰਨਾ ਹੀ ਕਰਨਾ ਹੈ, ਚਾਹੇ 1 ਮਿੰਟ ਚਾਹੇ 2 ਮਿੰਟ ਅਸੀਂ ਕਰੀਏ। ਭਾਵੇਂ ਜੇ ਅਸੀਂ ਨਹੀਂ ਵੀ ਕਰ ਰਹੇ ਤਾਂ ਅਸੀਂ ਚੌਪਈ ਸਾਹਿਬ ਤੋਂ ਸ਼ੁਰੂ ਕਰੀਏ, ਹੌਲੀ ਹੌਲੀ ਕਰਕੇ ਸਾਡੀ ਰੂਟੀਨ ਆਪੇ ਹੀ ਬਣ ਜਾਏਗੀ ਤੇ ਆਨੰਦ ਵੀ ਬਹੁਤ ਆਉਂਦਾ ਹੈ ਜਦੋਂ ਅਸੀਂ ਨਿਤਨੇਮ ਕਰਦੇ ਹਾਂ। ਤੇ ਆਈ ਰਿਕੁਐਸਟ ਸੰਗਤ ਜੀ, ਜੇ ਕਿਸੇ ਹੋਰ ਨੇ ਆਪਣੇ ਵਿਊ ਸ਼ੇਅਰ ਕਰਨੇ ਨੇ ਇਹਨਾਂ ਸਲੋਕ ਦੇ ਰਿਗਾਰਡਿੰਗ ਤਾਂ ਪਲੀਜ਼ ਹੈਂਡ ਰੇਜ਼ ਕਰਕੇ ਕਰ ਸਕਦੇ ਹੋ ਜੀ। ਤੇ ਸਾਡੇ ਨਾਲ ਅੱਜ ਦਿਵਜੋਤ ਜੀ ਤੇ ਜਲਮੀਤ ਦੀਦੀ ਵੀ ਜੁੜ ਚੁੱਕੇ ਨੇ। ਆਈ ਰਿਕੁਐਸਟ ਕਿ ਉਹ ਵੀ ਆਪਣੇ ਪਿਆਰੇ ਵਿਚਾਰ ਸ਼ੇਅਰ ਕਰਨ ਜੀ, ਇਸ ਸਲੋਕ ਦੇ ਰਿਗਾਰਡਿੰਗ ਸਾਡੇ ਨਾਲ ਆਪਣੇ ਵਿਊ ਸ਼ੇਅਰ ਕਰਨ। ਤੇ ਹੋਰ ਵੀ ਸੰਗਤ, ਮੈਂ ਸਾਰਿਆਂ ਦੇ ਚਰਨਾਂ 'ਚ ਬੇਨਤੀ ਕਰਦੀ ਹਾਂ ਕਿ ਸਾਰੇ ਹੀ ਆਪਣੇ ਵਿਊ ਸ਼ੇਅਰ ਕਰੋ ਜੀ। ਜਿਹੜਾ ਦੂਸਰਾ ਸ਼ਲੋਕ ਹੈ, ਕਬੀਰ ਕਾਰਨ ਸੋ ਪਇਓ ਜੋ ਕੀਨੋ ਕਰਤਾਰ, ਤਿਸ ਬਿਨ ਦੂਸਰ ਕੋ ਨਹੀਂ ਏਕੇ ਸਿਰਜਨਹਾਰ। ਇਸ ਸ਼ਲੋਕ ਵਿੱਚ ਕਬੀਰ ਜੀ ਸਾਨੂੰ ਹੌਸਲਾ ਦੇ ਰਹੇ ਨੇ, ਜਿਵੇਂ ਪਰਵਿੰਦਰ ਅੰਕਲ ਨੇ ਕਿਹਾ ਕਿ ਅਸੀਂ ਆਪਣਾ ਬੁਢਾਪਾ ਕੱਟਤਾ ਹੈ, ਕੋਈ ਗੱਲ ਨਹੀਂ, ਪਰ ਸਾਨੂੰ ਜੇ ਰੀਅਲਾਈਜ਼ ਹੋ ਗਿਆ ਹੈ ਤਾਂ ਵੀ ਕੋਈ ਦੇਰ ਨਹੀਂ ਹੋਈ ਹੈ ਤੇ ਰੱਬ ਸਾਡੇ ਲਈ ਬੈਠਾ ਹੈ, ਸਾਡੇ ਵਿੱਚ ਉਸਦੀ ਜੋਤ ਹੈਗੀ ਹੈ। ਤੇ ਜੇ ਉਹ ਚਾਹੇ ਤਾਂ ਅਸੀਂ, ਜੇ ਉਹ ਚਾਹੇ ਕਿ ਅਸੀਂ ਸਿਮਰਨ ਕਰੀਏ, ਅਸੀਂ ਪਾਠ ਕਰੀਏ, ਤਾਂ ਉਹ ਸਾਡੇ ਵਿੱਚ ਇੰਨੀ ਸ਼ਕਤੀ ਪਾ ਦਿੰਦਾ ਹੈ ਕਿ ਅਸੀਂ ਪਾਠ ਕਰਨ ਜੋਗੇ ਬਣ ਜਾਂਦੇ ਹਾਂ। ਤੇ ਜਿਵੇਂ ਇੱਕ ਫਰਮਾਨ ਵੀ ਹੈ ਜੀ, ਆਪੇ ਕੁਦਰਤ ਸਾਜੀਏ ਆਪੇ ਪੂਰਨ ਦੇ, ਕਿ ਉਸਨੇ ਹੀ ਸਾਰੀ ਕੁਦਰਤ ਬਣਾਈ ਹੈ ਤੇ ਅਸੀਂ ਵੀ ਉਸ ਕੁਦਰਤ ਦਾ ਹਿੱਸਾ ਹੈਗੇ ਹਾਂ ਤੇ ਜੋ ਉਹ ਚਾਹੁੰਦਾ ਹੈ ਉਹੀ ਹੋਵੇਗਾ। ਤੇ ਦਿਵਜੋਤ ਜੀ ਤੇ ਜਲਮੀਤ ਦੀਦੀ ਦਾ ਹੈਂਡ ਰੇਜ਼ ਹੈ ਜੀ। ਆਈ ਰਿਕੁਐਸਟ ਸਹਿਜਬੀਰ ਜੀ ਨੂੰ ਕਿ ਉਹ ਉਹਨਾਂ ਨੂੰ ਸਕਰੀਨ ਤੇ ਲੈ ਆਉਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਸਮੀਨ ਦੀ ਬਹੁਤ ਅੱਛਾ ਤੁਸੀਂ ਸਮਝਾਇਆ ਹੈ ਔਰ ਸਾਰੀ ਸੰਗਤ ਨੇ ਬੜਾ ਅੱਛਾ ਉਹਨੂੰ ਕਵਰ ਕੀਤਾ ਹੈ। ਬਟ ਆਈ ਥਿੰਕ ਮੈਨੂੰ ਏਦਾਂ ਫੀਲਿੰਗ ਆ ਰਹੀ ਸੀ ਜਦੋਂ ਅਸੀਂ ਸੁਣਦੇ ਪਏ ਸੀ ਨਾ ਇਹ ਸ਼ਬਦ ਨੂੰ, ਮੈਨੂੰ ਲੱਗਦਾ ਹੈ ਕਿ ਅਸੀਂ ਵੀ ਆਲ ਆਰ ਰੀਅਲੀ ਬਲੈਸਡ। ਅਸੀਂ ਨਾ ਸਾਰੇ ਬਲੈਸਡ ਹੈਗੇ ਆ ਜਿਹੜੇ ਸੰਗਤ ਕਰ ਰਹੇ ਆ, ਪਰਮਾਤਮਾ ਦੀ ਵਡਿਆਈ ਵਿਚਾਰ ਕਰ ਰਹੇ ਆ। ਆਈ ਥਿੰਕ ਕਿ ਅਸੀਂ ਤਾਂ ਇੱਕ ਸ਼ੁਕਰਾਨਾ ਕਰੀਏ ਕਿ ਵੀ ਆਲ ਆਰ ਬਲੈਸਡ, ਸ਼ੁਕਰਾਨਾ ਕਰੀਏ ਗੁਰੂ ਸਾਹਿਬ ਦਾ। ਇਹ ਦੇਖੋ ਕਬੀਰ ਜੀ ਵੀ ਇਹੀ ਕਹਿ ਰਿਹਾ ਹੈ ਕਿ ਅਸੀਂ ਉਹਨੂੰ ਜੋ ਵੀ ਹਾਲੇ ਵੀ ਕੁਝ ਨਹੀਂ ਵਿਗੜਿਆ। ਮੈਂ ਕਹਿੰਦਾ ਇਹ ਇੱਕ ਨਾ ਬੜਾ ਅੱਛਾ ਪੋਜ਼ਿਟਿਵ ਸਾਈਡ ਗੁਰੂ ਕਬੀਰ ਜੀ ਨੇ ਦੱਸਿਆ ਕਿ ਜੋ ਬੀਤਿਆ ਬੀਤਿਆ, ਅੱਜ ਤੋਂ ਹੀ ਅਸੀਂ ਉਸ ਪਿਆਰੇ ਪ੍ਰਭੂ ਦੇ ਚਰਨਾਂ ਨਾਲ ਪ੍ਰੀਤ ਜੋੜੀਏ। ਤੇ ਜਿਵੇਂ ਆਂਟੀ ਨੇ ਬੜਾ ਹੀ ਪਿਆਰਾ ਦੱਸਿਆ, ਅੰਬਾਲੇ ਤੋਂ ਆਂਟੀ ਜੀ ਨੇ, ਕਿ ਸਾਡਾ ਅਖੀਰਲੇ ਪਲ ਵੀ ਸਿਮਰਿਆ ਪ੍ਰਵਾਨ ਹੈ। ਆਈ ਥਿੰਕ ਇਹ ਜਿਹੜਾ ਇੰਨੀ ਪੋਜ਼ਿਟਿਵਿਟੀ ਆਈ ਥਿੰਕ ਸਾਨੂੰ ਗੁਰਬਾਣੀ ਹੀ ਦੇ ਸਕਦੀ ਹੈ ਕਿ ਨਹੀਂ, ਜੋ ਹੋਇਆ ਹੋਇਆ, ਅੱਜ ਤੋਂ ਹੀ ਅਸੀਂ ਸਿਮਰੀਏ, ਅੱਜ ਤੋਂ ਹੀ ਅਸੀਂ ਅੰਮ੍ਰਿਤ ਵੇਲਾ ਸੰਭਾਲੀਏ, ਅੱਜ ਤੋਂ ਹੀ ਸਹਿਜ ਪਾਠ ਕਰੀਏ, ਉਹਦੇ ਨਾਲ ਐਸਾ ਰਿਲੇਸ਼ਨਸ਼ਿਪ ਬਣਾਈਏ ਆਪਣਾ ਕਿ ਉਹ ਪ੍ਰੀਤ ਸਾਡੀ ਇੰਨੀ ਗੂੜੀ ਵੱਧ ਜੇ ਕਿ ਜਿਵੇਂ ਤੁਸੀਂ ਦੱਸਿਆ ਦਿਨੋਂ ਦਿਨ ਸਾਡੀ ਗਰੋਥ ਹੋਈ ਜਾਏ ਔਰ ਸਾਡੇ ਅੰਦਰ ਸਿਮਰਨ ਚੱਲੇ। ਆਈ ਥਿੰਕ ਇਹ ਸਾਡੀ ਪ੍ਰੋਗਰੈਸ ਹੋਵੇ ਕਿ ਅਸੀਂ ਹਰ ਵੇਲੇ ਸਾਡੇ ਨਿਰੰਤਰ ਸਿਮਰਨ ਚੱਲੇ। ਤੇ ਇਹ ਆਈ ਥਿੰਕ ਸਾਨੂੰ ਇੱਕ ਚੇਤਾ ਹੀ ਹੈਗਾ, ਕਬੀਰ ਰਾਮ ਨਾ ਚੇਤਿਓ ਜਰਾ ਪਹੁੰਚਿਓ ਆਏ। ਤੇ ਆਈ ਥਿੰਕ ਇਟ ਇਜ਼ ਐਵੀਡੈਂਟ, ਆਣਾ ਹੀ ਆਣਾ ਹੈ, ਇਨਐਵਿਟੇਬਲ, ਅਸੀਂ ਇਹਨੂੰ ਰੋਕ ਨਹੀਂ ਸਕਦੇ। ਬਟ ਜੇ ਅਸੀਂ ਇਹਦੇ ਨਾਲ ਆਪਣੇ ਆਪ ਨੂੰ ਸਿਮਰਨ ਕਰ ਰਹੇ ਹਾਂ, ਆਈ ਥਿੰਕ ਜਿਹੜਾ ਸਿਮਰਨ ਹੈ ਸਾਨੂੰ ਉਹ ਜਰਾ ਤੋਂ ਵੀ ਸਾਨੂੰ ਦੂਰ ਰੱਖੇਗਾ। ਅਸੀਂ ਜਿਹੜਾ ਅੰਦਰ ਬੁਢੇਪੇ ਨਾਲ ਜਿਹੜਾ ਡਰ ਆਉਂਦਾ ਨਾ, ਉਹ ਵੀ ਸਾਨੂੰ ਡਰਨ ਨਹੀਂ ਦੇਗਾ, ਸਾਡੇ ਅੰਦਰ ਵਿਕਾਸ ਆਏਗਾ, ਨਾ ਕਿ ਉਹ ਜਿਹੜਾ ਜਰ ਦਾ ਡਰ ਹੈ ਉਹ ਨਹੀਂ ਆਏਗਾ ਸਾਡੇ ਅੰਦਰ। ਇਹ ਆਈ ਥਿੰਕ ਇਹ ਉਸ ਤੋਂ ਬਾਅਦ ਐਸੀ ਅੰਦਰੋਂ ਸਾਡੇ ਅੰਦਰ ਨੋਰਮਲੀ ਅਸੀਂ ਦੇਖਦੇ ਹਾਂ ਜਿਹੜਾ ਬੁਢੇਪਾ ਆਉਂਦਾ ਨਾ, ਉਹਦੇ ਨਾਲ ਡਰ, ਐਂਜ਼ਾਈਟੀ ਵੱਧਦੀ ਹੈ। ਬਿਕੋਜ਼ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ, ਜਦੋਂ ਪਿਛਲੇ ਸਾਲ ਜਦੋਂ ਮੈਂ 30 ਸਾਲ ਦਾ ਹੋਇਆ ਸੀ ਤੇ ਉਦੋਂ ਮੈਨੂੰ ਨਾ ਮੇਰੇ ਕੋਲੀਗਸ ਕਹਿ ਰਹੇ ਸੀ ਨਾਓ ਯੂ ਆਰ ਇਨ 30s, ਠੀਕ ਹੈ, ਤੇ ਹੁਣ ਤੁਹਾਡਾ ਜਿਹੜਾ ਨੈਕਸਟ ਸਟੇਜ ਆ ਰਿਹਾ ਕਿ ਤੁਸੀਂ ਕੀ ਪਲਾਨ ਕਰ ਰਹੇ ਹੋ।
ਠੀਕ ਹੈ। ਤੇ ਆਈ ਥਿੰਕ ਉਹਦੇ ਲਈ ਕਿ ਮਤਲਬ ਉਹ ਕਹਿ ਰਹੇ ਸੀ ਕਿ ਆਪਣੀ ਡਾਈਟ ਚੇਂਜ ਕਰੋ, ਯੂ ਨੀਡ ਟੂ ਬੀ ਫਿਟ, ਠੀਕ ਹੈ, ਤਾਂ ਕਿ ਅਸੀਂ ਯੂ ਡੋਂਟ ਲੁੱਕ ਲਾਈਕ ਅ 30। ਪਰ ਇਹ ਝੂਠ ਹੈ ਸਭ ਕੁਝ। ਆਈ ਥਿੰਕ ਜੇ ਅਸੀਂ ਨਾਮ ਦੇ ਰੰਗ ਵਿੱਚ ਰੰਗੇ ਰਵਾਂਗੇ, ਹਰ ਵੇਲੇ ਸਦਾ ਹੀ ਖੇੜਾ ਹੈ, ਸਦਾ ਹੀ ਲਾਲੀ ਹੈ, ਨਾਮ ਚ ਪੰਦੜੀ ਲਾਲੀ। ਆਈ ਥਿੰਕ ਜੇ ਅਸੀਂ ਨਾਮ ਦੇ ਨਾਲ ਰੱਤੇ ਰਵਾਂਗੇ, ਸਾਨੂੰ ਨਾ ਜਰੇ ਦਾ ਡਰ ਰਹੇਗਾ, ਸਾਡੇ ਅੰਦਰ ਹਰ ਵੇਲੇ ਖੇੜਾ ਬਣਿਆ ਰਹੇਗਾ, ਤੇ ਸਾਡੀ ਨਾਮ ਦੀ ਜਿਹੜੀ ਲਾਲੀ ਹੈ ਉਹ ਦਿਨੋ ਦਿਨ ਵੱਧਦੀ ਰਹੇਗੀ। ਤੇ ਇਹੀ ਹੈ ਜੀ ਵਿਚਾਰ। ਗੁਰੂ ਸਾਹਿਬ ਬਖਸ਼ਿਸ਼ ਕਰਨ, ਅਸੀਂ ਹੋਰ ਆਪਣੀ ਪ੍ਰੀਤ ਸਿਮਰਨ ਨੂੰ ਵਧਾਈਏ, ਗੁਰੂ ਸਾਹਿਬ ਨਾਲ ਐਸੀ ਪ੍ਰੀਤ ਬਣ ਲਈਏ ਕਿ ਸਾਨੂੰ ਵੀ ਜਦੋਂ ਅਸੀਂ ਜਾਈਏ, ਛੱਡ ਕੇ ਜਾਈਏ ਉਹਨਾਂ ਦੇ, ਜਿਵੇਂ ਆਂਟੀ ਜੀ ਨੇ ਦੱਸਿਆ ਸੀ, ਅਸੀਂ ਵੀ ਆਪਣੇ ਉਹ ਗੁਰੂ ਰਾਮਦਾਸ ਜੀ ਚਰਨਾਂ ਵਿੱਚ ਜਾਈਏ। ਐਸਾ ਰਿਲੇਸ਼ਨਸ਼ਿਪ ਬਿਲਡ ਕਰੀਏ ਕਿ ਜਦੋਂ ਅਸੀਂ ਜਾਈਏ ਗੁਰੂ ਸਾਹਿਬ ਦੇ ਚਰਨਾਂ ਵਿੱਚ ਲੀਨ ਹੋ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਧੀਆ ਜੀ, ਬਹੁਤ ਹੀ ਪਿਆਰੀ ਵਿਚਾਰ। ਤੇ ਬਿਲਕੁਲ ਹੀ ਠੀਕ ਹੈ ਕਿ ਸਾਨੂੰ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਸਾਨੂੰ ਇੰਨੀ ਵਧੀਆ ਸੰਗਤ ਬਖਸ਼ੀ ਹੈ, ਸਾਨੂੰ ਅੰਮ੍ਰਿਤ ਵੇਲਾ ਬਖਸ਼ਿਆ। ਤੇ ਕਈਆਂ ਕੋਲ ਇੰਨੇ ਸੋਰਸਿਸ ਨਹੀਂ ਨੇ ਤੇ ਉਹ ਨਹੀਂ ਵਿਚਾਰ ਕਰ ਪਾਉਂਦੇ, ਉਹ ਨਹੀਂ ਇੰਨਾ ਕਰ ਪਾਉਂਦੇ, ਪਰ ਅਸੀਂ ਇੰਨੇ ਬਲੈਸਡ ਹੈਗੇ ਹਾਂ। ਸਾਨੂੰ ਗ੍ਰੇਟਫੁਲ ਹੋਣਾ ਚਾਹੀਦਾ, ਸਾਨੂੰ ਇੱਕ ਜਿਹੜਾ ਐਟੀਟਿਊਡ ਆਫ ਗ੍ਰੈਟੀਟਿਊਡ ਆਪਣੇ 'ਚ ਲਿਆਉਣਾ ਚਾਹੀਦਾ ਹੈ ਕਿ ਸਾਨੂੰ ਪਰਮਾਤਮਾ ਨੇ ਸਭ ਕੁਝ ਦਿੱਤਾ ਹੈ ਤੇ ਕਿਸੇ ਚੀਜ਼ ਦੀ ਕਮੀ ਨਹੀਂ ਹੈ ਸਾਡੇ ਕੋਲ। ਤੇ ਸਭ ਤੋਂ ਵੱਡੀ ਚੀਜ਼ ਸਾਨੂੰ ਇਹ ਸੰਗਤ ਬਖਸ਼ੀ ਹੈ, ਸਾਨੂੰ ਅੰਮ੍ਰਿਤ ਵੇਲਾ ਬਖਸ਼ਿਆ, ਤੇ ਸਾਨੂੰ ਪਰਮਾਤਮਾ ਨੇ ਇੰਨਾ ਏਬਲ ਬਣਾਇਆ ਹੈ ਕਿ ਅਸੀਂ ਉਸਦਾ ਨਾਮ ਜਪ ਸਕਦੇ ਹਾਂ। ਤੇ ਕਈ ਲੋਕ ਹੁੰਦੇ ਨੇ ਕਿ ਉਹਨਾਂ ਦਾ ਨਾਮ ਬੋਲ ਵੀ ਨਹੀਂ ਸਕਦੇ, ਤਾਂ ਸਾਨੂੰ ਪਰਮਾਤਮਾ ਦਾ ਇੰਨਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਅਸੀਂ ਬਸ ਸ਼ੁਕਰਾਨਾ ਹੀ ਕਰਦੇ ਜਾਈਏ। ਤੇ ਉਹ ਵੀ ਅਸੀਂ ਐਸੇ ਇੱਕ ਰਿਲੇਸ਼ਨਸ਼ਿਪ ਬਣਾ ਲਈਏ, ਜਿਵੇਂ ਜੋਤ ਜੀ ਨੇ ਕਿਹਾ ਕਿ ਜਿਹੜਾ ਦਿਨ ਬ ਦਿਨ ਗੂੜਾ ਹੁੰਦਾ ਹੀ ਜਾਵੇ ਤੇ ਸਾਡੇ 'ਚ ਗੁਣ ਆਉਂਦੇ ਹੀ ਜਾਣ ਤੇ ਸਾਡੀ ਜਿਹੜੀ ਗਰੋਥ ਹੈ ਉਹ ਹੁੰਦੀ ਜਾਵੇ। ਤੇ ਉਹ ਰਿਲੇਸ਼ਨਸ਼ਿਪ ਸੰਗਤ ਜੀ ਮੇਰੇ ਖਿਆਲ ਨਾਲ ਤਾਂ ਸਿਰਫ ਸਹਿਜ ਪਾਠ ਨਾਲ ਹੀ, ਅੰਮ੍ਰਿਤ ਵੇਲਾ ਕਰਨ ਨਾਲ ਹੀ, ਤੇ ਸਾਡਾ ਜਿਹੜਾ ਨਿਤਨੇਮ ਹੈ ਜੇ ਅਸੀਂ ਉਹਨੂੰ ਸੰਭਾਲਾਂਗੇ, ਸਾਨੂੰ ਉਸ ਨਾਲ ਹੀ ਜਿਹੜਾ ਸਾਡਾ ਰਿਲੇਸ਼ਨਸ਼ਿਪ ਹੈ ਉਹ ਸਟਰੋਂਗ ਹੋਏਗਾ। ਤੇ ਇਹ ਵੀ ਕਹਿੰਦੇ ਨੇ ਕਿ ਜੇ ਅਸੀਂ ਰੱਬ ਦੇ ਹੋ ਜਾਈਏ ਤਾਂ ਰੱਬ ਵੀ ਸਾਡਾ ਹੋ ਜਾਂਦਾ ਹੈ। ਸੋ ਬਹੁਤ ਹੀ ਪਿਆਰੀ ਵਿਚਾਰ ਜੀ। ਹਾਂਜੀ, ਰਵਨੀਤ ਸਿੰਘ ਜੀ ਦਾ ਹੈਂਡ ਰੇਜ਼ ਹੈ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਇਹ ਸ਼ਲੋਕ ਤੇ ਜਦੋਂ ਅਰਥ ਪੜ੍ਹਿਆ ਸੀ ਅੱਜ, ਤੇ ਮੇਰੇ ਮਾਈਂਡ ਵਿੱਚ ਨਾ ਸਭ ਤੋਂ ਪਹਿਲਾ ਵਿਚਾਰ ਇਹ ਆਇਆ ਕਿ ਸਾਡੇ ਅੰਦਰ ਨਾਮ ਜਪਣ ਦੀ ਰੀਝ ਕਿਉਂ ਨਹੀਂ ਆਉਂਦੀ। ਅਸੀਂ ਹਮੇਸ਼ਾ ਇਹੀ ਕਿਉਂ ਕਹਿੰਦੇ ਆ ਕਿ ਸਾਰਾ ਕੰਮ ਪਹਿਲੇ ਨੇ। ਤੇ ਮੈਨੂੰ ਇਹਦਾ ਇੱਕ ਰੀਜ਼ਨ ਜੋ ਮਾਈਂਡ ਵਿੱਚ ਆਇਆ ਉਹ ਇਹ ਵੇ ਕਿ ਸੰਗਤ ਦਾ ਬਹੁਤ ਅਸਰ ਹੈ ਬੰਦੇ ਦੇ ਨੇਚਰ ਦੇ ਉੱਤੇ। ਜਿਵੇਂ ਕਿ ਇੱਕ ਕਾਮਨ ਪਰਸੈਪਸ਼ਨ ਹੈ ਕਿ ਤੁਸੀਂ ਪਹਿਲੇ ਆਪਣੀ ਸਾਰੀ ਜਵਾਨੀ, ਆਪਣੀ ਟੀਨਏਜ, ਆਪਣਾ ਬਚਪਨ, ਸਾਰੀ ਜਵਾਨੀ, ਤੁਸੀਂ ਬੁਢੇਪੇ ਤੱਕ ਸਿਰਫ ਆਪਣੇ ਸੰਸਾਰਕ ਜੋ ਜ਼ਿੰਮੇਦਾਰੀਆਂ ਨੇ ਤੁਸੀਂ ਉਹੀ ਨਿਭਾਉਣੀਆਂ ਨੇ। ਉਸ ਤੋਂ ਬਾਅਦ ਨਾਮ ਜਪਿਆ ਜਾ ਸਕਦਾ। ਲੇਕਿਨ ਸੱਚ ਇਹ ਵੇ ਕਿ ਬੁਢੇਪੇ ਵਿੱਚ ਨਾਮ ਜਪਣਾ ਸਰੀਰਕ ਤੋਂ ਮਤਲਬ ਕਿ ਜੋ ਸਰੀਰ ਹੈ ਉਹ ਸਪੋਰਟ ਨਹੀਂ ਕਰਦੀ, ਸਰੀਰ ਸਪੋਰਟ ਨਹੀਂ ਕਰਦਾ। ਜਿਵੇਂ ਕਿ ਮੰਨ ਲਓ ਕਿ ਕਿਸੇ ਨੂੰ ਬੁਢੇਪੇ ਵਿੱਚ ਸਮਝ ਆਈ ਕਿ ਸਹਿਜ ਪਾਠ ਕਰਨਾ ਚਾਹੀਦਾ, ਤੇ ਅੱਖਾਂ ਦੀ ਤੇ ਉਸ ਟਾਈਮ ਇੰਨੀ ਰੋਸ਼ਨੀ, ਇੰਨੀ ਕੈਪੇਬਿਲਿਟੀ ਨਹੀਂ ਹੁੰਦੀ। ਉੱਤੋਂ ਜੋ ਮਾਈਂਡ ਹੁੰਦਾ ਨਾ ਉਹ ਵੀ ਹੁਣ ਜ਼ਿਆਦਾਤਰ ਤਾਂ ਇਹੀ ਹੁੰਦਾ ਕਿ ਬੁਢੇਪੇ ਵਿੱਚ ਜੋ ਮਾਈਂਡ ਹੁੰਦਾ ਉਹ ਪਰਸੀਵ ਕਰਨਾ ਘੱਟ ਹੋ ਜਾਂਦਾ। ਤੇ ਜਿਨ੍ਹਾਂ ਨੇ ਸ਼ੁਰੂ ਤੋਂ ਹੀ ਨਾਮ ਜਪਿਆ ਹੁੰਦਾ ਜਵਾਨੀ ਤੋਂ ਹੀ, ਤੇ ਉਹ ਲਾਸਟ ਤੱਕ ਵੀ ਉਹਨਾਂ ਦੀ ਜਿਹੜੀ ਸੁਰਤ ਹੈ ਉਹ ਕਾਫੀ ਜ਼ਿਆਦਾ ਜੁੜ ਜਾਂਦੀ, ਕਿਉਂਕਿ ਦਿਨ ਪ ਦਿਨ ਉਹਨਾਂ ਦੀ ਜਿਹੜੀ ਅਵਸਥਾ ਉਹ ਵੱਧਦੀ ਜਾਂਦੀ ਹੈ। ਜਿਵੇਂ ਕਿ ਜੈਸਮੀਨ ਕੌਰ ਜੀ ਨੇ ਗੱਲ ਕੀਤੀ ਕਿ ਨਿਤਨੇਮ ਰੋਜ਼ ਕਰਨਾ ਚਾਹੀਦਾ, ਉਹ ਸਾਡੀ ਰੋਜ਼ ਦੀ ਰੂਟੀਨ ਹੋਏ। ਕੋਸ਼ਿਸ਼ ਕਰੀਏ ਕਿ ਜਿਹੜੇ ਅਸੀਂ ਇੱਥੇ ਜੁੜੇ ਹੋਏ ਹਾਂ, ਚਾਹੇ ਉਹ ਕਿਸੇ ਵੀ ਏਜ ਗਰੁੱਪ ਦੇ ਹੈਗੇ ਨੇ, ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਨਿਤਨੇਮ ਸਿਰਫ ਪੜ੍ਹੀਏ ਨਾ, ਉਹਨੂੰ ਭਾਵਨਾ ਨਾਲ ਵਿਚਾਰੀਏ, ਤਾਂ ਜਿਵੇਂ ਕਿ ਦਿਵਜੋਤ ਵੀਰ ਜੀ ਨੇ ਕਿਹਾ ਕਿ ਸਾਡੀ ਜਿਵੇਂ ਜੋ ਗੁਣ ਨੇ ਉਹ ਵੱਧਦੇ ਜਾਣ, ਤੇ ਉਹ ਇਸ ਤਰ੍ਹਾਂ ਹੀ ਵੱਧਣਗੇ। ਤੇ ਅੱਗੇ ਕਬੀਰ ਜੀ ਨੇ, ਜੋ ਮੈਨੂੰ ਸਮਝ ਲੱਗੀ ਕਿ ਜੋ ਦੂਸਰਾ ਸ਼ਲੋਕ ਹੈ ਉਹਦੇ ਵਿੱਚ ਕਬੀਰ ਜੀ ਨੇ ਫਿਰ ਜਿਨ੍ਹਾਂ ਨੇ ਆਪਣੀ ਜਵਾਨੀ ਲੰਘਾ ਦਿੱਤੀ ਹੈ ਬਿਨਾਂ ਨਾਮ ਜਪਿਆ, ਜਿਨ੍ਹਾਂ ਨੇ ਇਹ ਕਾਮਨ ਪਰਸੈਪਸ਼ਨ ਵਿੱਚ ਉਹਨਾਂ ਨੇ ਆਪਣੀ ਬਿਤਾ ਦਿੱਤੀ ਜ਼ਿੰਦਗੀ ਕਿ ਜੀ
ਨਾਮ ਜਪਣਾ ਜ਼ਰੂਰੀ ਨਹੀਂ ਹੈ ਜਵਾਨੀ ਵਿੱਚ। ਮੇਰੇ ਖਿਆਲ ਨਾਲ ਤਾਂ ਮੈਨੂੰ ਤਾਂ ਐਵੇਂ ਲੱਗਦਾ ਕਈ ਵਾਰ ਤੇ ਜਿਵੇਂ ਕਿ ਲੋਕਾਂ ਨੇ ਇਹ ਸਮਝਿਆ ਨਾਮ ਜਪਣਾ ਜਿਵੇਂ ਕਿ ਇਹ ਇੱਕ ਵਿਹਲਾ ਕੰਮ ਹੈ। ਮੈਂ ਕਿਸੇ ਦੇ ਮੂੰਹ ਤੋਂ ਇਹ ਗੱਲ ਸੁਣੀ ਸੀ, ਉਹਨਾਂ ਨੇ ਇੱਕ ਵਾਰ ਮੇਰੀ ਨਾ ਉਹਦੇ ਨਾਲ ਕਈ ਵਾਰ ਡਿਸਕਸ਼ਨਸ ਹੁੰਦੀਆਂ ਨੇ, ਮੇਰਾ ਫਰੈਂਡ ਹੀ ਹੈ ਉਹ, ਤੇ ਨਾਮ ਜਪਣ ਦੇ ਉੱਤੇ ਉਹਦੀ ਤੇ ਮੇਰੀ ਬੜੀ ਡਿਸਕਸ਼ਨਸ ਹੁੰਦੀਆਂ ਨੇ। ਤੇ ਉਹ ਹੈ ਨਾਸਤਿਕ, ਤੇ ਉਹ ਕਹਿੰਦਾ ਕਿ ਜੀ ਤੇ ਜਦੋਂ ਕਹਿੰਦੇ ਕਿ ਜਵਾਨੀ ਵਿੱਚ ਤੇ ਬੰਦੇ ਕੋਲ ਸੰਸਾਰਕ ਕੰਮ ਹੁੰਦੇ ਨੇ, ਇਸ ਕਰਕੇ ਉਹ ਨਾਮ ਨਹੀਂ ਜਪ ਪਾਉਂਦਾ ਜਾਂ ਫਿਰ ਨਹੀਂ ਜਪਦਾ। ਕਹਿੰਦੇ ਬੁਢੇਪੇ ਵਿੱਚ ਉਹ ਰਿਟਾਇਰ ਹੋ ਗਿਆ ਹੁੰਦਾ, ਇਸ ਕਰਕੇ ਉਸ ਟਾਈਮ ਫ੍ਰੀ ਹੁੰਦਾ ਤੇ ਇਹ ਟਾਈਮ ਪਾਸ ਵਾਸਤੇ ਹੈ ਜੋ ਨਾਮ ਹੈ ਉਹ ਜਪੇ। ਇਨਫੈਕਟ ਉਹ ਤੇ ਮੈਨੂੰ ਇਹ ਵੀ ਕਹਿੰਦਾ ਕਿ ਤੂੰ ਗੁਰਦੁਆਰੇ ਜਾਂਦਾ ਜਾਂ ਫਿਰ ਪਾਠ ਕਰਨਾ ਉਹ ਟਾਈਮ ਪਾਸ ਹੈ। ਤੇ ਇਹ ਬੜੀ ਗਲਤ ਚੀਜ਼ ਹੈ ਜੋ ਅੱਜ ਕੱਲ ਲੋਕਾਂ ਦੇ ਮਾਇੰਡ 'ਚ ਕਾਫੀ ਪਰਸੈਪਸ਼ਨ ਗਲਤ ਆਈ ਹੋਈ ਹੈ। ਇਹ ਗਲਤ ਸੰਗਤ ਹੈ ਅਸਲ ਵਿੱਚ, ਤੇ ਸਤਿਗੁਰੂ ਸਾਨੂੰ ਇਸ ਸੰਗਤ ਤੋਂ ਬਚਾਉਣ। ਤੇ ਇਹ ਬਹੁਤਾਤ ਦੀ ਜਿਹੜੀ ਸੋਚ ਉਹ ਇਹੋ ਜਿਹੀ ਹੈ। ਤੇ ਅਸੀਂ ਬੜੇ ਵਡਭਾਗੇ ਹਾਂ ਕਿ ਬੜਾ ਸ਼ੁਕਰਾਨਾ ਹੈ ਗੁਰੂ ਸਾਹਿਬ ਦਾ, ਮੈਂ ਸ਼ੁਕਰਾਨਾ ਬਹੁਤ ਕਰਨਾ ਵਾ ਗੁਰੂ ਸਾਹਿਬ ਦਾ ਕਿ ਰੋਜ਼ ਸਵੇਰੇ ਸੰਗਤ ਕਰਨ ਦਾ ਮੌਕਾ ਮਿਲਦਾ ਹੈ। ਜਿਵੇਂ ਕਿ ਸਰਬਜੀਤ ਅੰਕਲ ਵੀ ਕੱਲ ਦੱਸ ਰਹੇ ਸੀ, ਕਹਿੰਦੇ ਕਿ ਅਗਰ ਸਰਬਜੀਤ ਅੰਕਲ ਨੂੰ ਵੀ 6 ਮਹੀਨੇ ਤੱਕ ਰੱਖਿਆ ਜਾਏ ਕਿਸੇ ਗਲਤ ਸੰਗਤ ਵਿੱਚ, ਤੇ ਕਹਿੰਦੇ ਮੇਰੇ ਉੱਤੇ ਵੀ ਅਸਰ ਹੋਏਗਾ। ਤੇ ਮੈਂ ਤੇ ਸਮਝਣਾ ਕਿ ਮੈਂ ਆਪਣੇ ਵਰਗੇ ਨੂੰ ਤਾਂ ਸਮਝਣਾ ਕਿ ਫਿਰ ਮੇਰੇ ਉੱਤੇ ਤੇ ਬਹੁਤ ਹੀ ਬੁਰਾ ਅਸਰ ਹੋਏਗਾ। ਤੇ ਉਹੀਓ ਗੱਲ ਹੈ। ਤੇ ਉਹਨਾਂ ਨੇ ਇੱਕ ਹੋਰ ਗੱਲ ਦੱਸੀ ਸੀ, ਕਹਿੰਦੇ ਕਿ ਇੱਕ ਸਟੂਡੈਂਟ ਕਾਲਜ ਸਟੂਡੈਂਟ ਉਹਨਾਂ ਕੋਲ ਆਏ ਤੇ ਕਹਿੰਦੀ ਕਿ ਮੇਰੇ ਕੋਈ ਫਰੈਂਡ ਨਹੀਂ ਬਣਦੇ ਪਏ ਕਾਲਜ ਵਿੱਚ, ਕਿਉਂਕਿ ਉਹ ਸਾਰੇ ਦੁਨਿਆਵੀ ਸੰਸਾਰਕ ਗੱਲਾਂ ਕਰ ਰਹੇ ਨੇ, ਪੜ੍ਹਾਈ ਵਾਲੀ ਗੱਲਾਂ ਨਹੀਂ ਕਰ ਰਹੇ, ਫਿਰ ਸਪਿਰਿਚੁਅਲ ਗੱਲਾਂ ਨਹੀਂ ਕਰ ਰਹੇ। ਤੇ ਕਹਿੰਦੇ ਇਸ ਕਰਕੇ ਮੇਰੀ ਕੋਈ ਫਰੈਂਡਸ਼ਿਪ ਨਹੀਂ ਹੋ ਪਾ ਰਹੀ, ਤੇ ਮੈਂ ਉੱਥੇ ਹੁਣ ਇਕੱਲਾ ਰਹਿਣਾ ਸ਼ੁਰੂ ਕਰਤਾ। ਇਹ ਵੀ ਬਹੁਤ ਵੱਡੀ ਗੱਲ ਹੈ ਕਿ ਜਿਵੇਂ ਕਿ ਇਹ ਵੀ ਸਿੱਖਣ ਦੀ ਚੀਜ਼ ਹੈ, ਅਗਰ ਸਾਨੂੰ ਸੰਗਤ ਨਾ ਮਿਲੇ ਤੇ ਫਿਰ ਅਸੀਂ ਕੀ ਕਰੀਏ, ਫਿਰ ਅਸੀਂ ਇਕੱਲਾ ਰਹਿਣਾ ਸ਼ੁਰੂ ਕਰੀਏ ਤੇ ਆਪਣੇ ਅਕੇਲੇਪਨ ਵਿੱਚ ਫਿਰ ਬਾਣੀ ਦਾ ਪਾਠ ਕਰੀਏ, ਮੇਰੇ ਮਨ ਹਰ ਜਪ ਹਰ ਨਿਤ ਪੜ੍ਹਾਈਏ, ਤੇ ਅਸੀਂ ਪ੍ਰਭੂ ਦਾ ਜਿਹੜਾ ਨਾਮ ਹੈ ਉਹਨੂੰ ਪੜ੍ਹੀਏ, ਉਹਨੂੰ ਸਲਾਹੀਏ ਤੇ ਗੁਰਬਾਣੀ ਦਾ ਅਰਥ ਕਰੀਏ, ਭਾਵ ਨਾਲ ਪੜ੍ਹੀਏ। ਕਿਉਂਕਿ ਇਕੱਲੇਪਨ 'ਚ ਹੋਰ ਫਾਇਦਾ ਹੈ। ਅਗਰ ਤੁਹਾਡਾ ਸਰਕਲ ਹੋਏਗਾ, ਹੋ ਸਕਦਾ ਡਿਸਟਰੈਕਸ਼ਨ ਵਾਸਤੇ ਕਦੇ ਵੀ ਕੋਈ ਆ ਕੇ ਤੁਹਾਨੂੰ ਅਟਰੈਕਟ ਕਰਦੇ, ਕੋਈ ਵੀ ਕੁਛ ਵੀ ਕੰਮ ਹੋ ਸਕਦਾ। ਲੇਕਿਨ ਜਦੋਂ ਬੰਦਾ ਇਕੱਲਾ ਹੋਏ ਨਾ ਤੇ ਉਹਦੇ ਕੋਲ ਟਾਈਮ ਹੁੰਦਾ ਹੈ ਤੇ ਉਹਦੇ ਕੋਲ ਇਕਾਂਤ ਹੁੰਦਾ ਹੈ। ਇਕਾਂਤ ਬੜਾ ਜ਼ਰੂਰੀ ਹੈ। ਸੋ ਮੈਨੂੰ ਤਾਂ ਇੰਨੀ ਕੀ ਸਮਝ ਲੱਗੀ ਸ਼ਲੋਕ ਪੜ੍ਹ ਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਧੀਆ ਐਕਸਪਲੇਨ ਕੀਤਾ ਇਹਨਾਂ ਨੇ, ਸਾਨੂੰ ਸਭ ਕੁਝ ਹੀ ਐਕਸਪਲੇਨ ਕਰਤਾ ਹੈ ਕਿ ਜਿਹੜੀ ਜਵਾਨੀ ਵਿੱਚ ਸਾਡੇ ਕੋਲ ਅਵਸਥਾ ਹੁੰਦੀ ਹੈਗੀ, ਸਾਡੀ ਅਵਸਥਾ ਜਿਹੜੀ ਹੈ, ਜੇ ਅਸੀਂ ਜਵਾਨੀ ਤੋਂ ਹੀ ਆਪਣੀ ਰੂਟੀਨ ਸੈੱਟ ਕਰ ਲਾਂਗੇ, ਫਿਰ ਜਿਹੜੀ ਸਾਡੀ ਅਵਸਥਾ ਉਹ ਬੁਢੇਪੇ ਤੱਕ ਜਾਂਦੇ ਜਾਂਦੇ ਹੋਰ ਵਧੀਆ ਹੋ ਜਾਏਗੀ। ਤੇ ਸਾਨੂੰ ਜਿਹੜੀ ਬੁਢੇਪੇ ਜਿਵੇਂ ਦਿਲਜੋਤ ਸਿੰਘ ਜੀ ਨੇ ਕਿਹਾ ਕਿ ਐਨਜ਼ਾਈਟੀ ਹੈ ਜਿਹੜੀ ਉਹ ਨਹੀਂ ਹੋਏਗੀ, ਜਿਹੜਾ ਅਸੀਂ ਸਟ੍ਰੈਸ ਲਵਾਂਗੇ ਉਹ ਨਹੀਂ ਹੋਏਗਾ। ਤੇ ਉਹਨਾਂ ਦਾ ਹੈਂਡ ਰੇਜ਼ ਵੀ ਹੈ ਜੀ, ਤੇ ਸਹਿਜਵੀਰ ਜੀ ਉਹਨਾਂ ਨੂੰ ਸਕਰੀਨ ਤੇ ਲੈ ਆਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਸੋਹਣੀ ਵਿਚਾਰ ਹੁਣੇ ਵੀਰ ਜੀ ਰਵਨੀਤ ਸਿੰਘ ਜੀ ਨੇ ਦਿੱਤੀ। ਤੇ ਜਿਵੇਂ ਉਹਨਾਂ ਨੇ ਕਿਹਾ ਕਿ ਜਦੋਂ ਕਈ ਵਾਰ ਚੰਗੀ ਸੰਗਤ ਨਹੀਂ ਮਿਲਦੀ ਤੇ ਕਿਵੇਂ ਅਸੀਂ ਆਪਣੇ ਆਪ ਨੂੰ ਕਿਵੇਂ ਆਪਣੇ ਕਹਿ ਲਓ ਸੋਲੀਟਿਊਡ ਵਿੱਚ ਹੀ ਆਪਣੇ ਆਪ ਨੂੰ ਇਕੱਲੇ ਰਹਿ ਕੇ ਵੀ ਅਸੀਂ ਕਿਵੇਂ ਜੁੜੇ ਰਹੀਏ, ਤੇ ਕਿਵੇਂ ਅਸੀਂ ਆਪਣੀ ਹੀ ਕੰਪਨੀ ਦੀ ਆਦਤ ਪਾਈਏ ਕਿ ਸਾਨੂੰ ਫਿਰ ਕਿਸੇ ਦੀ ਕੰਪਨੀ ਦੀ ਲੋੜ ਹੀ ਨਾ ਪਵੇ। ਤੇ ਮੈਨੂੰ ਯਾਦ ਆ ਰਿਹਾ ਜਦੋਂ ਮੈਂ ਆਕਸਫੋਰਡ ਜਾਣਾ ਸੀ ਤੇ ਇਹੀ ਸੰਗਤ ਨੇ ਬੜੇ ਪਿਆਰ ਨਾਲ ਕਹਿ ਲਓ ਭੇਜਿਆ ਸੀ। ਤੇ ਮੈਨੂੰ ਹਲੇ ਵੀ ਯਾਦ ਹੈ ਪਰਵਿੰਦਰ ਅੰਕਲ ਨੇ ਉਦੋਂ ਹੁਕਮਨਾਮਾ ਲਿਆ ਸੀ, ਤੇ ਉਹਨਾਂ ਨੇ ਹੁਕਮਨਾਮਾ ਲੈਣ ਤੋਂ ਪਹਿਲਾਂ ਜਿਹੜਾ ਸ਼ਬਦ ਪੜਿਆ ਉਹ ਬੜਾ ਚੁਣ ਕੇ ਉਹਨਾਂ ਨੇ ਪੜਿਆ। ਉਹਨਾਂ ਨੇ ਕਿਹਾ ਜਹਾਂ ਪੰਥ ਤੇਰਾ ਕੋ ਨਾ ਸਿਜਾਨੂ, ਹਰ ਕਾ ਨਾਮ ਤਹਿ ਨਾਲ ਪਛਾਨੂ। ਤੇ ਮੈਨੂੰ ਬੜਾ ਟੱਚ ਕੀਤਾ, ਮੈਨੂੰ ਹਲੇ ਤੱਕ ਯਾਦ ਹੈ ਜਦੋਂ ਮੈਂ ਉੱਥੇ ਆਕਸਫੋਰਡ ਜਿਵੇਂ ਸ਼ੁਰੂ ਤੇ ਹਲੇ ਫਰੈਂਡਸ ਨਹੀਂ ਬਣੇ ਸੀ, ਕਹਿ ਲਓ ਇਕੱਲਾਪਨ ਸੀ, ਪਰ ਮੈਨੂੰ ਬੜਾ ਅੱਛਾ ਲੱਗਦਾ ਸੀ, ਯਾਦ ਰਹਿੰਦਾ ਸੀ ਕਿ ਗੁਰੂ ਸਾਹਿਬ ਨੇ ਸਾਨੂੰ ਸੁਖਮਨੀ ਸਾਹਿਬ ਵਿੱਚ ਕਿੰਨਾ ਵੱਡਾ ਆਦੇਸ਼ ਦਿੱਤਾ ਹੈ ਵੀ ਜਹਾਂ ਪੰਥ ਤੇਰਾ ਕੋ ਨਾ ਸਿਜਾਨੂ, ਸਿਜਾਨੂ ਮਤਲਬ ਫਰੈਂਡ, ਜਿਹੜਾ ਰਸਤਾ ਜਿਹੜਾ ਪੰਥ ਜਿੱਥੇ ਤੇਰਾ ਕੋਈ ਫਰੈਂਡ ਨਹੀਂ ਹੈਗਾ, ਕੋਈ ਵੀ ਤੈਨੂੰ ਜਾਣਨ ਵਾਲਾ ਨਹੀਂ ਹੈਗਾ, ਹਰ ਕਾ ਨਾਮ ਤਹਿ ਨਾਲ ਪਛਾਨੂ, ਉੱਥੇ ਤੇਰੇ ਨਾਲ ਹਰੀ ਦਾ ਨਾਮ ਹੈ। ਇਹ ਜਿਹੜਾ ਨਾਮ ਹੈ ਇਹ ਅਸਲੀ ਤੇਰਾ ਫਰੈਂਡ ਹੈ ਜਿਹੜਾ ਕਿ ਤੈਨੂੰ ਅਖੀਰ ਤੱਕ ਤੇਰੇ ਨਾਲ ਰਹੇਗਾ। ਤੇ ਆਈ ਥਿੰਕ ਇਹ ਸਾਡੇ ਸਾਰਿਆਂ ਵਾਸਤੇ ਬੜੀ ਅੱਛੀ ਲਰਨਿੰਗ ਹੈ ਕਿ
ਜੇ ਅਸੀਂ ਇਹ ਪੂਰਨ ਭਰੋਸਾ ਵਾਹਿਗੁਰੂ ਵਿੱਚ ਰੱਖੀਏ ਕਿ ਉਹ ਸਾਡਾ ਅਸਲੀ ਫਰੈਂਡ ਹੈ, ਤਾਂ ਸਾਨੂੰ ਕਹਿ ਲਓ ਇਹ ਜਿਹੜੇ ਵਰਲਡਲੀ ਉਤਾਰ ਚੜਾਵ ਆਉਂਦੇ ਨੇ ਉਹ ਸਾਨੂੰ ਜ਼ਿਆਦਾ ਅਫੈਕਟ ਨਹੀਂ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸੋਹਣੇ ਵਿਚਾਰ ਜੀ ਕਿ ਜੇ ਸਾਡੇ ਕੋਲ ਕੋਈ ਸੰਗਤ ਨਹੀਂ ਹੈਗੀ, ਸਾਡੇ ਨਾਲ ਕੋਈ ਕੰਪਨੀ ਨਹੀਂ ਹੈ, ਤਾਂ ਅਸੀਂ ਆਪਣੀ ਹੀ ਕੰਪਨੀ ਦੀ ਆਦਤ ਪਾ ਲਈਏ ਤੇ ਪਰਮਾਤਮਾ ਨੂੰ ਵੀ ਉਸਦਾ ਹਿੱਸਾ ਬਣਾਈਏ ਕਿ ਅਸੀਂ, ਕਿਉਂਕਿ ਜੇ ਅਸੀਂ ਵਿਹਲੇ ਹੁੰਦੇ ਹਾਂ ਫਿਰ ਸਾਡਾ ਜਿਹੜਾ ਮਨ ਹੈ ਉਹ ਕਦੀ ਕਦੀ ਗਲਤ ਸੋਚ, ਕਦੀ ਕਦੀ ਗਲਤ ਵਿਚਾਰ ਆਉਣ ਲੱਗ ਜਾਂਦੇ ਨੇ। ਤਾਂ ਅਸੀਂ ਉਸ ਤੋਂ ਬਚੀ ਤੇ ਅਸੀਂ ਪਹਿਲਾਂ ਹੀ ਪਰਮਾਤਮਾ ਦਾ ਨਾਮ ਜਪੀਏ ਤੇ ਅਰਦਾਸ ਕਰੀਏ ਕਿ ਮੇਰੇ ਮਨ 'ਚ ਇਹੋ ਜਿਹੇ ਕੋਈ ਵਿਚਾਰ ਨਾ ਆਉਣ ਦੇਈ ਤੇ ਮੈਨੂੰ ਕੋਈ ਸੰਗਤ ਇਹੋ ਜਿਹੀ ਨਾ ਮਿਲੇ ਕਿ ਜਿਸ ਨਾਲ ਮੇਰੀ ਜਿਹੜੀ ਗਰੋਥ ਹੈ, ਸਪਿਰਿਚੁਅਲ ਗਰੋਥ ਹੈ, ਤੇ ਉਹ ਰੁਕ ਜਾਵੇ, ਉਹ ਜਿਹੜੀ ਉਹ ਸਟਾਪ ਹੋ ਜਾਵੇ। ਤਾਂ ਅਸੀਂ ਹਰ ਵੇਲੇ ਹੀ ਅਰਦਾਸ ਕਰੀਏ ਤੇ ਪਰਮਾਤਮਾ ਦਾ ਸ਼ੁਕਰਾਨਾ ਕਰੀਏ ਕਿ ਸਾਨੂੰ ਉਸਨੇ ਸਭ ਕੁਝ ਦਿੱਤਾ ਹੈ ਤੇ ਇੰਨੀ ਪਿਆਰੀ ਸੰਗਤ ਦਿੱਤੀ ਹੈ ਜਿਹੜੀ ਸਾਨੂੰ ਆਪਣੇ ਵਿਚਾਰ ਇੰਨੇ ਪਿਆਰੇ ਤਰੀਕੇ ਨਾਲ ਦੱਸਦੀ ਹੈ ਜੀ। ਤੇ ਜੇ ਸੰਗਤ ਵਿੱਚ ਹੋਰ ਕਿਸੇ ਨੇ ਆਪਣੇ ਵਿਚਾਰ ਦੇਣੀ ਹੈ ਜੀ ਤਾਂ ਪਲੀਜ਼ ਜੀ ਹੈਂਡ ਰੇਸ ਕਰਕੇ ਸਾਨੂੰ ਦੱਸਣ ਜੀ। ਤੇ ਸੰਗਤ ਚੈਟਸ ਵਿੱਚ ਵੀ ਬੜੀ ਵਿਚਾਰਾਂ ਦੀ ਬਾਰਿਸ਼ ਹੋ ਰਹੀ ਹੈ ਤੇ ਬਹੁਤ ਹੀ ਪਿਆਰੇ ਜੀ। ਤੇ ਆਈ ਰਿਕੁਐਸਟ, ਹੁਣ ਟਾਈਮ ਵੀ ਹੋ ਗਿਆ ਪਰਵਿੰਦਰ ਅੰਕਲ ਨੂੰ ਕਿ ਉਹ ਸ਼ਲੋਕ ਪੜ੍ਹ ਦੇਣ ਜੀ ਇੱਕ ਵਾਰ। ਵਾਹਿਗੁਰੂ ਜੀ। ਸਮਾਪਤੀ ਤੋਂ ਪਹਿਲਾਂ ਜੀ ਕੁਝ ਵਿਚਾਰਾਂ ਮਨ ਵਿੱਚ ਆਈਆਂ ਸਨ। ਸਾਰੇ ਵਿਚਾਰਾਂ ਸੁਣਦੇ ਹੋਏ ਮਨ ਵਿੱਚ ਇਸ ਤਰ੍ਹਾਂ ਆ ਰਿਹਾ ਸੀ ਕਿ ਅਲੱਗ-ਅਲੱਗ ਮਨ ਦੀਆਂ ਅਲੱਗ-ਅਲੱਗ ਅਵਸਥਾਵਾਂ ਹਨ। ਹਰ ਕੋਈ ਆਪਣੀ ਪੌੜੀ ਤੇ ਖੜਾ ਹੈ। ਨਾਮ ਜਪਣ ਵਾਲੇ ਨਾਮ ਦੀ ਗੱਲ ਕਰਦੇ ਹਨ, ਜਿਹੜੇ ਨਾਮ ਤੋਂ ਟੁੱਟੇ ਹੋਏ ਹਨ ਉਹ ਪਛਤਾਵੇ ਵਿੱਚ ਹਨ, ਤੇ ਨਾਮ ਜਪਣ ਵਾਲੇ ਰੰਗ ਵਿੱਚ ਹਨ, ਆਨੰਦ ਵਿੱਚ ਹਨ। ਸਾਨੂੰ ਬਹੁਤ ਵੱਡਾ ਭੁਲੇਖਾ ਪੈ ਜਾਂਦਾ ਹੈ ਕਿ ਮੈਂ ਨਾਮ ਜਪਣਾ ਹੈ, ਮੈਂ ਸੰਗਤ ਕਰਨੀ ਹੈ, ਮੈਂ ਨਾਮ ਜਪਿਆ ਹੈ। ਇਹ ਬਹੁਤ ਵੱਡਾ ਇੱਕ ਭੁਲੇਖਾ ਤੇ ਭਰਮ ਹੈ ਜੋ ਸਾਨੂੰ ਬਾਣੀ ਸਮਝਾਉਂਦੀ ਹੈ। ਗੁਰੂ ਸਾਹਿਬ ਫਰਮਾਉਂਦੇ ਹਨ, ਤੂੰ ਚਿਤ ਆਵੈ ਤੇਰੀ ਮਾਇਆ। ਇਹ ਪ੍ਰਮਾਤਮਾ ਦੀ ਮੌਜ ਹੈ, ਉਹਦਾ ਭਾਣਾ ਹੈ, ਉਹਦੀ ਬਖਸ਼ਿਸ਼ ਹੈ ਜਿਸ ਨਾਲ ਅਸੀਂ ਕੋਈ ਨਾਮ ਜਪ ਸਕਦੇ। ਤੂੰ ਜਾਣ ਆਏ ਹੈ ਤਾਂ ਕੋਈ ਜਾਣੈ, ਤੇਰਾ ਦੀਆ ਨਾਮ ਵਖਾਣੈ। ਇਹ ਸਾਡਾ ਭੁਲੇਖਾ ਹੈ, ਬੜੀ ਜਲਦੀ ਦੂਰ ਹੋਣਾ ਚਾਹੀਦਾ ਹੈ। ਨਾਮ ਜਪਣ ਦੇ ਆਹਾਰ ਵਿੱਚ ਜੁੜਨਾ, ਅਸੀਂ ਅਰਦਾਸ ਕਰ ਸਕਦੇ ਹਾਂ, ਉਦਮ ਵੀ ਕਰ ਸਕਦੇ ਹਾਂ, ਉਹਦੇ ਵਿੱਚ ਵੀ ਪਰਮਾਤਮਾ ਦੀ ਬਖਸ਼ਿਸ਼ ਹੋਵੇ ਤਾਂ ਹੀ ਕਰ ਸਕਦੇ ਹਾਂ। ਕਿਉਂਕਿ ਹਰ ਗੱਲ ਦੇ ਵਿੱਚ ਜ਼ੋਰ ਜਿਹੜਾ ਹੈ ਉਸ ਪਰਮਾਤਮਾ ਦਾ ਹੈ। ਅਸੀਂ ਭੁਲੇਖਾ ਖਾ ਜਾਂਦੇ ਹਾਂ ਵੀ ਸਾਡਾ ਜ਼ੋਰ ਹੈ। ਆਖਣ ਜ਼ੋਰ ਚੁੱਪੈ ਨਹਿ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਜ਼ੋਰ ਨਾ ਰਾਜ ਮਾਲ ਮਨਸੂਰ। ਬੜੇ ਪਿਆਰਾ ਸ਼ਬਦ ਹੈ, ਕਹਿੰਦਾ ਜ਼ੋਰ ਨਾ ਸੁਰਤੀ ਗਿਆਨ ਵਿਚਾਰ। ਗਿਆਨ ਦੀ ਵਿਚਾਰ ਕਰ ਲੈਣਾ, ਨਾਮ ਜਪਣਾ ਸਭ ਪਰਮਾਤਮਾ ਦੇ ਜ਼ੋਰ ਵਿੱਚ ਹੈ, ਸਾਡਾ ਜ਼ੋਰ ਨਹੀਂ ਹੈ। ਉਹ ਕਿਸੇ ਦੇ ਉੱਤੇ ਬਖਸ਼ਿਸ਼ ਕਰਦਾ ਹੈ ਤੇ ਆਪਣੇ ਨਾਲ ਜੋੜ ਲੈਂਦਾ ਹੈ। ਭਾਣੈ ਉੱਜੜ ਭਾਣੈ ਰਾਹਾ, ਭਾਣੈ ਗੁਰਮੁਖ ਹਰ ਗੁਣ ਗਾਵਾ। ਉਹਦੇ ਭਾਣੇ ਵਿੱਚ ਹੋਏਗਾ ਤੇ ਉਹ ਨਾਮ ਜਪਣ ਲਈ ਮੰਦੇ ਤੋਂ ਮੰਦੇ ਜਿਹੜੇ ਮਨੁੱਖ ਵੀ ਹੈ, ਜਿਹੜੇ ਹੈ ਉਹ ਨਾਮ ਜਪਣ ਵਾਲੇ ਆਰੇ ਲੱਗ ਜਾਂਦੇ ਹਨ। ਤੇ ਜਦੋਂ ਉਹਦੀ ਬਖਸ਼ਿਸ਼ ਤੋਂ ਅਸੀਂ ਵਾਂਝੇ ਹੋ ਜਾਂਦੇ ਹਾਂ ਤੇ ਜੁੜੇ ਹੋਏ ਵੀ ਟੁੱਟ ਜਾਂਦੇ ਹਨ। ਸਭ ਉਸ ਪਰਮਾਤਮਾ ਦੇ ਜ਼ੋਰ ਵਿੱਚ ਹੈ। ਇਹ ਬਾਕੀ ਜਿਹੜਾ ਹੈ ਬਿਲਕੁਲ ਬਹੁਤ ਵਧੀਆ ਵਿਚਾਰ ਸਾਰੀ ਸੰਗਤ ਨੇ ਕੀਤੀ ਹੈ। ਸਾਨੂੰ ਬਾਅਦ ਵਿੱਚ ਪਛਤਾਉਣਾ ਨਾ ਪਏ, ਇਸ ਕਰਕੇ ਬਾਣੀ ਸਾਨੂੰ ਅੱਜ ਹੀ ਸੁਚੇਤ ਕਰਦੀ ਹੈ, ਅੱਜ ਹੋ ਜਾਗ। ਕਿਉਂਕਿ ਸਿਰ ਕੰਪਿਓ ਪੱਗ ਡਗਮਗੇ, ਨੈਣ ਜੋਤ ਤੇ ਹੀ ਕਹੋ ਨਾਨਕ ਵਿਦ ਭਈ, ਤਉ ਨ ਹਰ ਰਸ ਲੀਨ। ਜਰਾ ਜੀਵਨ ਜੋਬਨ ਗਿਆ ਕਿਛ ਕੀਆ ਨ ਨੀਕਾ, ਇਹ ਜੀਰਾ ਨਿਰਮੂਲ ਕੋ ਕੌਡੀ ਲਗ ਮੀਕਾ। ਇਹ ਕੌਡੀ ਬਦਲੇ ਨਾ ਜਾਵੇ, ਇਹ ਹੀਰੇ ਜੈਸਾ ਜਨਮ ਹੈ। ਅਬ ਕਲੂ ਆਇਓ ਰੇ ਇੱਕ ਨਾਮ ਹੋਵੋ
ਹੋਵੋ, ਅਨਰੂਤ ਨਾਹੀ ਨਾਹੀ ਮਤ ਭਰਮ ਭੂਲੋ। ਇਹ ਭਰਮ ਵਿੱਚ ਲੱਗ ਕੇ ਸਾਡਾ ਅਜਾਈ ਵਿਅਰਥ ਨਾ ਚਲੇ ਜਾਵੇ। ਸਾਨੂੰ ਜਿੰਨੀ ਜਲਦੀ ਹੁੰਦਾ ਹੈ ਉਸ ਸੰਗਤ ਵਿੱਚ ਅਰਦਾਸ ਕਰਦੇ ਹਾਂ, ਸਾਨੂੰ ਪਰਮਾਤਮਾ ਦੀ ਬਖਸ਼ਿਸ਼ ਮੰਗਣੀ ਚਾਹੀਦੀ ਹੈ ਤਾਂ ਜੋ ਅਸੀਂ ਉਸ ਨਾਮ ਦੇ ਨਾਲ ਜੁੜ ਜਾਈਏ। ਕਿਉਂਕਿ ਅਖੀਰ ਵਿੱਚ ਮੈਂ ਫਰਮਾਨ ਜਿਹੜਾ ਮੇਰੇ ਮਨ ਵਿੱਚ ਪੰਕਤੀਆਂ ਹਮੇਸ਼ਾ ਰਹਿੰਦੀਆਂ ਹਨ, ਭੰਡਾਰ ਭਰੇ ਭਗਤੀ ਹਰ ਤੇਰੇ। ਇਹ ਪਰਮਾਤਮਾ, ਪਰਮਾਤਮਾ ਦੇ ਨਾਮ ਦੇ ਭਗਤੀ ਦੇ ਤੇਰੇ ਘਰ ਭੰਡਾਰੇ ਲੱਗੇ ਹੋਏ ਹਨ। ਜਿਸ ਭਾਵੈ ਤਿਸ ਦੇ ਵਾਈ, ਜਿਹਨੂੰ ਤੂੰ ਚੰਗਾ ਲੱਗਦਾ ਹੈ, ਜਿਹਨੂੰ ਤੂੰ ਬਖਸ਼ਿਸ਼ ਕਰਦਾ ਹੈ, ਉਹਨੂੰ ਹੀ ਉਹ ਭੰਡਾਰ ਦੇ ਵਿੱਚੋਂ ਭੰਡਾਰੇ ਮਿਲਦੇ ਹਨ। ਜਿਸ ਤੂੰ ਦੇਹ ਸੋਈ ਜਨ ਪਾਏ, ਹੋਰ ਨਿਹਫਲ ਸਭ ਚਤੁਰਾਈ। ਇਹਦੇ ਚਤੁਰਾਈਆਂ ਸਿਆਣਪਾਂ ਜਿਹੜੀਆਂ ਹਨ, ਸਾਡਾ ਜ਼ੋਰ ਕੰਮ ਨਹੀਂ ਆਉਂਦਾ, ਕੇਵਲ ਤੇ ਕੇਵਲ ਪਰਮਾਤਮਾ ਦੀ ਬਖਸ਼ਿਸ਼ ਹੀ ਆਉਂਦੀ ਹੈ। ਸੋ ਆਓ ਅਸੀਂ ਸਾਰੇ ਸ਼ਲੋਕ ਦੁਬਾਰਾ ਅਸੀਂ ਵੱਡੇ ਆਨੰਦ ਨਾਲ ਵਿਚਾਰ ਕੇ ਪੜ੍ਹੀਏ ਤਾਂ ਜੋ ਸਾਡੇ ਅੰਦਰ ਵਸ ਜਾਣ ਤੇ ਸਾਨੂੰ ਵੀ ਇਸ ਸ਼ਬਦਾਂ ਦਾ ਲਾਹਾ ਜਿਹੜਾ ਅਸੀਂ ਲੈ ਕੇ ਘਰ ਜਾਈਏ। ਵਾਹਿਗੁਰੂ ਕਬੀਰਾ ਰਾਮ ਨਾ ਚੇਤਿਓ, ਜਰਾ ਪਹੁੰਚਿਓ ਆਏ। ਲਾਗੀ ਮੰਦਰ द्वार ते, अब क्या काढ़िया जाए। कबीरा राम ना चेतियो, जरा पहुँचियो आए। लागी मंदिर द्वार ते, अब क्या काढ़िया जाए। कबीर कारण सो पयो, जो कीनो करतार। इस बिन दूसर को नहीं, एक सिरजनहार। कबीर कारण सो पयो, जो कीनो करतार। इस बिन दूसर को नहीं, एक सिरजनहार। वाहिगुरू जी का खालसा, ਖਾਲਸਾ ਵਾਹਿਗੁਰੂ ਜੀ ਕੀ ਫਤਿਹ।